Position top. Position top. ਮੈਂ ਨਾਲ ਲਵਾਂ ਤੁਸੀਂ ਲੈ ਨਹੀਂ ਲੈਣੇ ਨੇ ਸ਼ੋਰ ਤਾਂ ਮਤਲਬ ਕਿ ਥੋੜਾ ਜਿਹਾ ਅੱਗੇ ਨਾ ਜਾਇਆ ਕਰਦੀ मैं एक शहीद उधम सिंह का लेखक है। मैनू लंबे समय तो मैं शहीद ते खोज कर रहा, करीब करीब 25 साल हो गए मैंने खोज करते हुण तक मेरिया जिहड़ियां 5 किताबां इहदे उत्ते आईयां ने। पहली किताब जिहड़ी आई सी भारत की आज़ादी की शमा दा परवाना, महान खदरी किताबी शहीद उधम सिंह आई सी। फिर जिहड़ी दूजी किताब मेरी आई सी बदले तो पार, समाजिक बदलाव नूं परनाया सी क्रांतिकारी शहीद उधम सिंह। जिस तरह की मतलब खोज आई जा रही है उसी तरह मतलब कि नवीं आई जा रही है। एक फिर यह जिहड़ी हैगी है मेरी उस तो बाद नाटक लिखिया सी तां जो लोकां तक जिहड़ी उहदी सही विचारधारा की गल जावे। फिर 2016 ਦੇ ਵਿੱਚ मतलब कि ब्रिटिश आर्काइव लंडन वाले ने ਉਹਦੀਆਂ 4 ਫਾਈਲਾਂ ਰਿਲੀਜ਼ ਕੀਤੀਆਂ ਸੀਗੀਆਂ। ਉਹ ਫਾਈਲਾਂ ਅਸੀਂ 4 ਫਾਈਲਾਂ ਇੰਗਲੈਂਡ ਤੋਂ ਮੰਗਾਈਆਂ ਸੀ, 800 ਪੇਜ ਆ ਇਹ। ਉਸ ਤੋਂ ਬਾਅਦ ਇਹ ਮੇਰੀ ਕਿਤਾਬ 2019 ਦੇ ਵਿੱਚ ਉਧਮ ਸਿੰਘ ਹੀਰੋ ਇਨ ਦ ਕਾਜ਼ ਆਫ ਇੰਡੀਅਨ ਫਰੀडम, ਇਹ ਉਸ ਤੋਂ ਬਾਅਦ ਕਿਤਾਬ ਆਈ ਹੈ। ਫਿਰ ਜਿਹੜੀ ਹੁਣ ਲੇਟੈਸਟ ਕਿਤਾਬ ਹੈ, ਕਿਉਂਕਿ ਸ਼ਹੀਦ ਉਧਮ ਸਿੰਘ ਦੀਆਂ
ਜਦੋਂ ਇਹ ਅਦਾਲਤ ਦੇ ਵਿੱਚ ਗਿਆ ਸੀਗਾ, ਟ੍ਰਾਇਲ ਚੱਲਿਆ ਸੀ, 25 ਮਿੰਟ ਬੋਲਦਾ ਰਿਹਾ ਸੀਗਾ, ਉਦੋਂ ਇਹ ਉਰਦੂ, ਗੁਰਮੁਖੀ ਤੇ ਇੰਗਲਿਸ਼ ਦੇ ਵਿੱਚ ਹਿੰਦੀ ਬਾਰੇ ਵੀ ਬੋਲਿਆ ਸੀ, ਮਜ਼ਦੂਰਾਂ ਕਿਸਾਨਾਂ ਬਾਰੇ ਵੀ ਉਹਨੇ ਗੱਲ ਕੀਤੀ ਸੀ, ਤੇ ਉਹਨੇ ਨਾਲੇ ਅੰਗਰੇਜ਼ਾਂ ਵੱਲੋਂ ਕੀਤੇ ਜਾ ਰਹੇ ਕੋਈ ਗੱਲ ਨਹੀਂ, ਮੈਂ ਇੱਧਰ ਸੁਣਾਉਂ ਕਿ ਮੈਂ ਜੇ ਆ ਗਿਆ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਹੈ ਜਿਨ੍ਹਾਂ ਨੇ ਇਹ ਬਣਾਇਆ ਹੈਗਾ, ਇਹ ਤਾਂ ਉਹਨਾਂ ਦੀ ਰਿਸਪੌਂਸਿਬਿਲਟੀ ਆ, ਉਹਨਾਂ ਨੂੰ ਸਗੋਂ ਅਥੈਂਟਿਸਿਟੀ ਕਰਕੇ ਇਹ ਵਿਭਾਗ ਜ਼ਿੰਮੇਵਾਰ ਹੈ ਅਥੈਂਟਿਸਿਟੀ ਵਾਸਤੇ, ਕਿਹੜੀ ਓਰੀਜਨਲ ਹੈ ਕਿਹੜੀ ਨਹੀਂ ਹੈ। ਇਹ ਡਿਪਾਰਟਮੈਂਟ ਨੂੰ ਚਾਹੀਦਾ, ਜਿਨ੍ਹਾਂ ਨੇ ਮੈਮੋਰੀਅਲ ਬਣਾਇਆ ਇਹਨਾਂ ਨੂੰ ਅਥੈਂਟਿਸਿਟੀ ਕਰਕੇ ਇਹ ਲਗਾਉਣਾ ਚਾਹੀਦਾ। ਤੇ ਇਹ ਕਿਉਂਕਿ ਇਹ ਕੋਈ ਬੰਦਾ ਕਹੇ ਵੀ ਇਹ ਓਰੀਜਨਲ ਹੈ ਨਹੀਂ ਓਰੀਜਨਲ, ਇਹਦਾ ਫੈਸਲਾ ਤਾਂ ਜਿਹੜਾ ਸੈਰ ਸਪਾਟੇ ਤੇ ਜਿਹੜਾ ਆਪਣਾ ਸੱਭਿਆਚਾਰਕ ਮਾਮਲੇ ਵਿਭਾਗ ਹੈ ਇਹਨਾਂ ਨੇ ਕਰਨਾ, ਅਸਲ ਇਹਨਾਂ ਦੀ ਜ਼ਿੰਮੇਵਾਰੀ ਹੈ। ਕਿਉਂਕਿ ਇਹਦੀ ਸ਼ਕਲ ਨਾਲ ਤੁਸੀਂ ਦੇਖੋ, ਓਰੀਜਨਲ ਫੋਟੋ ਦੀ ਸ਼ਕਲ ਨਾਲ ਜਿਹੜਾ ਇਹ ਬੁੱਤ ਹੈਗਾ ਤੁਸੀਂ ਦੇਖ ਲਓ ਮਿਲਦਾ ਕਿ ਨਹੀਂ ਮਿਲਦਾ, ਇਹ ਸਭ ਦੇ ਸਾਹਮਣੇ ਹੈ। ਭਾਜੀ ਕੀ ਨਾਮ ਹੈ ਤੁਹਾਡਾ? ਹਰਦਿਆਲ ਸਿੰਘ ਜੀ। ਭਾਜੀ ਕੀ ਲੱਗਦੇ ਹੋ ਤੁਸੀਂ ਸ਼ਹੀਦ ਊਧਮ ਸਿੰਘ ਦੇ? ਸ਼ਹੀਦ ਊਧਮ ਸਿੰਘ ਦੇ ਮੌਜੂਦਾ ਵਾਰਸਾਂ ਦੇ ਵਿੱਚੋਂ ਅਸੀਂ ਮੌਜੂਦਾ ਵਾਰਸਾਂ ਜੋ ਕਿ ਸ਼ਹੀਦ ਊਧਮ ਸਿੰਘ ਦੇ ਪੋਤੇ ਪੜੋਤਿਆਂ ਦੇ ਵਿੱਚੋਂ ਆਉਂਦੇ ਹਾਂ। ਭਾਜੀ ਕਿਵੇਂ ਲੱਗਦਾ ਹੈਗਾ, ਪਹਿਲੀਆਂ ਤਾਂ ਜਦੋਂ ਜਿਹੜਾ ਇੱਕ ਮਿਊਜ਼ੀਅਮ ਬਣਾਇਆ ਗਿਆ, ਮੈਮੋਰੀਅਲ ਬਣਾਇਆ ਗਿਆ ਬੜੀ ਜੱਦੋਜਹਿਦ ਤੋਂ ਬਾਅਦ, ਉਹਦੇ ਵਿੱਚ ਕਾਂਸੀ ਦਾ ਬੁੱਤ ਲਗਾਇਆ ਗਿਆ ਸ਼ਹੀਦ ਊਧਮ ਸਿੰਘ ਦਾ, ਕੀ ਇਸ ਦੀ ਤਸਵੀਰ ਅਸਲ ਤਸਵੀਰਾਂ ਦੇ ਨਾਲ ਮਿਲਦੀ ਹੈ? ਦੇਖੋ ਅਸੀਂ ਮਿਊਜ਼ੀਅਮ ਬਣਾਉਣ ਲਈ 20 ਸਾਲ ਸੰਘਰਸ਼ ਕਰਦੇ ਰਹੇ, ਚਾਹੇ ਉਹ ਸ਼ਹਿਰ ਨਿਵਾਸੀ ਸੀ, ਚਾਹੇ ਉਹ ਪਰਿਵਾਰ ਦੇ ਮੈਂਬਰ ਸੀ, ਪਰ ਸਾਨੂੰ ਬੜਾ ਦੁੱਖ ਹੋਇਆ ਜਦੋਂ ਮਿਊਜ਼ੀਅਮ ਬਣਿਆ, ਚਾਹੇ ਉਹ ਬੁੱਤ ਆਇਆ, ਚਾਹੇ ਇਹਦਾ ਨਕਸ਼ਾ ਬਣਿਆ, ਪਰ ਸਾਨੂੰ ਕਿਸੇ ਵੀ ਕਮੇਟੀ ਦੇ ਵਿੱਚ ਪਰਿਵਾਰ ਨੂੰ ਸ਼ਾਮਲ ਨਹੀਂ ਕੀਤਾ ਗਿਆ, ਨਾ ਹੀ ਕੋਈ ਸੁਨਾਮ ਦਾ ਕੋਈ ਮੋਹਤਬਰ ਬੰਦਾ ਸ਼ਾਮਲ ਸੀ। ਜੋ ਕਿ ਅੱਜ ਇਹ ਬੁੱਤ ਲਗਾਇਆ ਸ਼ਕਲ ਦੇ ਮੁਤਾਬਕ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਸੁਨਾਮ ਦਾ ਬਹੁਤ ਵੱਡਾ ਮਸਲਾ ਇਹ। ਘੱਟੋ ਘੱਟ ਜੇ ਅਸੀਂ ਇੱਕ ਮਿਊਜ਼ੀਅਮ ਲਈ 20 ਸਾਲ ਲੱਗੇ ਤਾਂ ਪ੍ਰੋਪਰ ਸ਼ਕਲ ਦਾ ਬੁੱਤ ਦਾ ਲਗਾਇਆ ਜਾਂਦਾ, ਇਹ ਬਹੁਤ ਨਿਰਾਸ਼ਾ, ਪਰਿਵਾਰ ਵੱਲੋਂ ਵੀ ਨਿਰਾਸ਼ਾ, ਇਲਾਕਾ ਨਿਵਾਸੀਆਂ ਵੱਲੋਂ ਵੀ ਨਿਰਾਸ਼ਾ। ਤੁਸੀਂ ਨੈੱਟ ਤੇ ਸਰਚ ਕਰੋਗੇ, ਅੱਜ ਕੱਲ੍ਹ ਦੀ ਪੀੜ੍ਹੀ ਜੋ ਸਰਚ ਕਰਦੀ ਆ ਉਹ ਫੋਟੋਆਂ ਹੋਰ ਹੋਣਗੀਆਂ, ਤੁਹਾਨੂੰ ਬੁੱਤ ਹੋਰ ਤਰ੍ਹਾਂ ਦੇ ਦੇਖਣਗੇ, ਜਦੋਂ ਕਿ ਊਧਮ ਸਿੰਘ ਦੀਆਂ ਓਰੀਜਨਲ ਫੋਟੋਆਂ ਆ ਚੁੱਕੀਆਂ ਨੇ। ਪਤਾ ਨਹੀਂ ਸਰਕਾਰਾਂ ਕੀ ਮਸਲੇ ਨੇ, ਕਿਉਂ ਸਾਨੂੰ ਸ਼ਾਮਲ ਨਹੀਂ ਕਰਦੀਆਂ, ਕਿਉਂ ਗਲਤ ਕੰਮ ਕੀਤੇ ਜਾਂਦੇ ਨੇ। ਲੱਗਦਾ ਕਿ ਤੁਹਾਨੂੰ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਦਾ ਹਟਾਇਆ ਸੀ ਤਾਂ ਉਸ ਤੋਂ ਬਾਅਦ ਅਗਰ ਗਲਤ ਹੋ ਗਿਆ ਸੀ ਤਾਂ ਇਸਨੂੰ ਚੇਂਜ ਕੀਤਾ ਜਾ ਸਕਦਾ ਸੀ? ਦੇਖੋ ਅਸੀਂ ਤਾਂ ਰੌਲਾ ਪਾਇਆ, ਪਿਛਲੀ ਵਾਰ ਵੀ ਰੌਲਾ ਪਾਇਆ, ਤੁਹਾਡੀ ਮੀਡੀਆ ਵੀ ਇੱਥੇ ਸੀ, ਪਰ ਇਹ ਗੱਲਾਂ ਮੀਡੀਆ ਤੱਕ ਹੀ ਸੀਮਿਤ ਰਹਿ ਜਾਂਦੇ ਨੇ। ਅਸੀਂ CM ਸਾਹਿਬ ਨੂੰ ਮਿਲਣ ਦਾ ਸਮਾਂ ਮੰਗਦੇ ਹਾਂ, ਉਦੋਂ ਦੇਖਿਆ ਜਾਂਦਾ ਕਿ ਪੂਰਾ ਪ੍ਰਸ਼ਾਸਨ ਸਾਡੇ ਆਲੇ ਦੁਆਲੇ ਹੋ ਜਾਂਦਾ, ਕੋਈ ਪ੍ਰੋਪਰ ਗੱਲ ਹੀ ਨਹੀਂ ਕਰਨ ਦਿੰਦੇ CM ਸਾਹਿਬ ਨਾਲ। ਤੁਸੀਂ ਦੇਖਿਓ ਹੁਣ ਭਗਵੰਤ ਮਾਨ ਸਾਹਿਬ ਆਣਗੇ, ਪੂਰੇ ਪਰਿਵਾਰ ਤੋਂ ਇੱਕ ਸਿਕਿਉਰਿਟੀ ਦਾ ਘੇਰਾ ਬਣਾ ਦਿੱਤਾ ਜਾਂਦਾ ਹੈ ਤਾਂ ਇਹ ਕੋਈ ਬੁੱਤ ਕੀ ਕੋਈ ਵੀ ਸ਼ਿਕਾਇਤ ਨਾ ਰੱਖ ਸਕਣ ਪਰਿਵਾਰ ਵਾਲੇ। ਅਗਰ ਇੱਦਾਂ ਹੀ ਚੱਲਦਾ ਰਿਹਾ ਤਾਂ ਫਾਇਦਾ ਕੀ ਸ਼ਰਧਾਂਜਲੀ ਦੇਣ ਦਾ? ਇੱਕ ਦਿਨ ਹੁੰਦਾ ਮਸਾਂ ਸ਼ਹੀਦ ਦੇ ਮੁੱਦੇ ਚੁੱਕਣ ਦਾ, ਉਹ ਵੀ ਪ੍ਰਸ਼ਾਸਨ ਵੱਲੋਂ ਸਾਨੂੰ ਦੂਰ ਰੱਖਿਆ ਜਾਂਦਾ। ਕੀ ਤੁਸੀਂ ਹੁਣ ਇਸ ਸਮੇਂ ਮੰਗ ਰੱਖ ਰਹੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਕਿ ਉਹ ਮਿਲਦਾ ਜੁਲਦਾ ਤਸਵੀਰ ਲਾਈ ਜਾਵੇ? ਦੇਖੋ ਸਾਡੇ ਵੱਲੋਂ ਮੰਗ ਰੱਖੀ ਜਾਊਗੀ ਕਿ ਜੋ ਅਸਲ ਸ਼ਕਲ ਆ ਉਹ ਸ਼ਕਲ ਦਾ ਬੁੱਤ ਲਗਾਇਆ ਜਾਵੇ। ਅਸੀਂ ਤਾਂ ਮਾਨ ਸਾਹਿਬ ਨੂੰ ਪਹਿਲਾਂ ਹੀ ਕੋਸ਼ਿਸ਼ ਕਰ ਰਹੇ ਹਾਂ। ਦੇਖੋ ਸਰਕਾਰੀ ਦਫ਼ਤਰ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਗਈ, ਅਸੀਂ ਹੈਰਾਨ ਆ ਕਿ CM ਸਾਹਿਬ ਦਾ ਸ਼ਹਿਰ ਆਏ ਕੌਂਸਟੀਚੁਐਂਸੀ ਆ ਕਿ ਊਧਮ ਸਿੰਘ ਦੀ ਫੋਟੋ ਸਰਕਾਰੀ ਦਫ਼ਤਰਾਂ ਦੇ ਵਿੱਚ ਕਿਉਂ ਨਹੀਂ ਲਗਾਈ ਗਈ। ਅਸੀਂ ਤਾਂ ਪਹਿਲੇ ਹੀ ਨਿਰਾਸ਼ ਚੱਲ ਰਹੇ ਹਾਂ ਮਾਨ ਸਾਹਿਬ ਤੋਂ। ਸਾਡਾ ਇਹ ਪਹਿਲ ਦੇ ਆਧਾਰ ਤੇ ਮੁੱਦਾ ਹੋਊਗਾ ਕਿ ਊਧਮ ਸਿੰਘ ਦੀ ਫੋਟੋ ਜੋ ਸਰਕਾਰੀ ਦਫ਼ਤਰਾਂ ਦੇ ਵਿੱਚ ਲਗਾਈ ਜਾਵੇ, ਸਹੀ ਸ਼ਕਲ ਦਾ ਬੁੱਤ ਲਗਾਇਆ ਜਾਵੇ ਮਿਊਜ਼ੀਅਮ ਦੇ ਵਿੱਚ, ਤਾਂ ਹੀ ਅਸੀਂ ਸੱਚੀ ਸ਼ਰਧਾਂਜਲੀ ਮੰਨਾਂਗੇ। ਭਾਜੀ ਕੀ ਨਾਮ ਹੈ ਤੁਹਾਡਾ? ਜੀਤ ਸਿੰਘ ਜੀ ਮੇਰਾ ਨਾਮ। ਅੱਛਾ, ਊਧਮ ਸਿੰਘ ਤੁਹਾਡੇ ਕੀ ਲੱਗਦੇ ਸੀ? ਮੇਰਾ ਨਾਨਾ ਲੱਗਦਾ, ਜੋ ਮੇਰੀ ਨਾਨੀ ਸੀ ਨਾ ਆਸ ਕੌਰ, ਉਹ ਮੇਰੇ ਊਧਮ ਸਿੰਘ ਦੀ ਭੈਣ ਸੀ, ਚਚੇਰੀ ਚਾਚੇ ਦੀ ਕੁੜੀ। ਮਤਲਬ ਉਹ ਉਹਨਾਂ ਦੇ ਮਾਂ-ਬਾਪ, ਮੇਰੀ ਨਾਨੀ ਦਾ ਸੀ 13 ਸਾਲ ਦੀ, ਊਧਮ ਸਿੰਘ ਤਾਂ 9 ਸਾਲ ਦਾ, ਉਹਦਾ ਭਰਾ ਉਸ ਤੋਂ ਛੋਟਾ ਸੀ। ਅੱਛਾ ਮੈਨੂੰ ਇਹ ਦੱਸੋ ਜੀ, ਸ਼ਹੀਦ ਊਧਮ ਸਿੰਘ ਦੇ 3-4 ਬੁੱਤ ਲੱਗੇ ਹੋਏ ਨੇ ਸੁਨਾਮ ਸ਼ਹਿਰ ਦੇ ਵਿੱਚ, ਇੱਕ ਸਰਕਾਰੀ ਮਿਊਜ਼ੀਅਮ ਬਣਿਆ ਹੋਇਆ ਜਿੱਥੇ ਆਪਾਂ ਅੱਜ ਖੜੇ ਆਂਗੇ। ਜੀ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਇਹਦਾ ਉਦਘਾਟਨ ਕੀਤਾ ਸੀ। ਜੀ। ਕਿ ਜਿਹੜੀ ਇਹ ਤਸਵੀਰ ਲੱਗੀ ਹੋਈ ਹੈ, ਇਹ ਜਿਹੜਾ ਬੁੱਤ ਬਣਿਆ, ਕੀ ਇਹ ਉਸਦੀ ਤੁਸੀਂ ਓਰੀਜਨਲ ਤਸਵੀਰਾਂ ਦੇਖੀਆਂ ਨੇ? ਇਹ ਲੱਗਦਾ ਕਿ ਤੁਹਾਨੂੰ ਸੱਚੀਓ ਕਿ ਊਧਮ ਸਿੰਘ ਦੇਖੋ ਅਸੀਂ ਤਾਂ ਸਰਕਾਰਾਂ ਦੀ ਤਾਂ ਸਰਕਾਰ ਕਰਦੀ ਆ ਆਪਣ ਮਨਾਈ, ਆਪਣੀ ਮਰਜ਼ੀ ਕਰਦੀ ਆ। ਅੱਜ ਤਾਂ ਕਹਿੰਦੇ ਵੀ ਜਿਹੜੀ ਰੀਜਨਲ ਉਹਦੀ ਫੋਟੋ ਆ ਉਹ ਸਾਡੇ ਕੋਲ ਪਈਆਂ ਆਮ, ਤੇ ਬਸ ਉਹ ਉਹਨਾਂ ਨੂੰ ਆਰਡਰ ਦੇ ਦਿੰਦੇ ਆ, ਜਿਸ ਤਰ੍ਹਾਂ ਉਹ ਕਹਿੰਦੇ ਆ ਉਵੇਂ ਬਣਾ ਦਿੰਦੇ ਆ। ਅਸੀਂ ਤਾਂ ਫਿਰ ਉਸੇ ਨੂੰ ਕੀ ਕਰੀਏ? ਪਿਛਲੀ ਵਾਰ ਇਸ ਦੇ ਉੱਪਰ ਓਮ ਲਿਖਿਆ ਹੋਇਆ ਤਾਂ ਉਹ ਅਸੀਂ ਕਟਾਇਆ ਵੀ ਗਲਤ ਆ, ਇਹ ਨਾਲ ਨਾਲ ਅਸੀਂ ਉਜਰ ਕਰਿਆ, ਚਲੋ ਰਾਤੋਂ ਰਾਤ ਬਦਲਤੇ ਇਹਨਾਂ ਨੇ। ਤੇ ਮੈਂ ਹੁਣ ਕੀ ਕਹੀਏ ਇਹਨਾਂ ਨੂੰ, ਕਿਉਂਕਿ ਸਰਕਾਰਾਂ ਇਹਨਾਂ ਚੀਜ਼ਾਂ ਤੇ ਗੌਰ ਘੱਟ ਕਰਦੀਆਂ, ਅਸਲੀ ਹੈਗੀਆਂ। ਤੁਹਾਨੂੰ ਦੁੱਖ ਲੱਗਦਾ ਹੈ ਕਿ ਓਰੀਜਨਲ ਆਇਡੈਂਟੀ ਸਪਾਈ ਜਾ ਰਹੀ ਹੈ? ਬਹੁਤ ਦੁੱਖ ਲੱਗਦਾ, ਸੀ ਬਹੁਤ ਰੌਲਾ ਪਾ ਰਹੇ, ਕੌਣ ਸੁਣਦਾ ਜੀ ਅੱਜ ਕੱਲ੍ਹ? ਸਰਕਾਰਾਂ ਦਾ ਕੰਮ ਆ, ਲੀਡਰਾਂ ਦਾ ਕੋਈ ਨਹੀਂ ਸੁਣਦਾ ਸਾਡੀ। ਅਸੀਂ ਬੜਾ ਰੌਲਾ ਪਾਣੇ ਆ, ਹਰ ਇੱਕ ਗੱਲ ਤੇ ਉਹ ਕਰ ਰਹੇ ਆ। ਹੁਣ ਵੀ ਅਸੀਂ ਬਹੁਤ ਕੁਝ ਕਰ, ਕੈਪਟਨ ਸਾਹਿਬ ਨੂੰ ਵੀ ਕਿਹਾ ਵੀ ਆ ਜਿਹੜਾ ਨਿਯਮ ਆ ਇਹ ਕਿੰਨਾ ਕੁ ਇਹਦੇ ਵਾਸਤੇ, ਮਤਲਬ ਉਹਨਾਂ ਨੇ ਇਹੀ ਗੱਲ ਕਹੀ ਵੀ ਇਹ ਤਾਂ ਉਹਦੇ ਜਿੰਨੀ ਉਹਦੀ ਸਿੱਖਦੀ ਆ, 21 ਸਾਲ ਉਹਨੇ ਪਿੱਛਾ ਕਰਿਆ
ਤੇ ਬਹੁਤ ਥੋੜੀ ਆ। ਅਸੀਂ ਕਿਹਾ ਵੀ ਹੋਰ, ਕਹਿੰਦਾ ਹਾਂ ਇਸ ਤੋਂ ਬਾਅਦ ਅਸੀਂ ਕਹਿੰਦੇ ਵੀ ਹੋਰ ਹੀ ਬਣੂਗਾ। ਤੁਹਾਨੂੰ ਲੱਗਦਾ ਕਿ ਇਹ ਬੁੱਤ ਕਿੰਨਾ ਕਮ ਮਿਲਦੀ ਜੁਲਦੀ ਤਸਵੀਰ ਹੈ ਉਹਦੇ ਨਾਲ? ਦੇਖੋ ਉਹਦੇ ਨਾਲ ਤਾਂ ਤਸਵੀਰ ਮਿਲਦੀ ਨਹੀਂ, ਪਰ ਹੁਣ ਅਸੀਂ ਕੀ ਕਹੀਏ, ਰੌਲਾ ਬਹੁਤ ਪਾਉਂਦੇ ਸੀ। ਅਸੀਂ ਅਰਜ਼ੀਆਂ ਵੀ ਦਿੰਦੇ, ਸਭ ਕੁਝ ਕਰਦੇ ਹਾਂ, ਪਰ ਸਰਕਾਰ ਨਹੀਂ ਗਾਉਂਦੀ। ਕੀ ਕਹੀਏ ਇਹਨੂੰ? ਸਰਕਾਰਾਂ ਦੇ ਹੁਣ ਅਸੀਂ ਨਾ ਤਾਂ ਐਂ ਕਹਿ ਸਕਦੇ ਵੀ ਖਾਨੀਆਂ, ਨਾ ਐਂ ਕਹਿ ਸਕਦੇ ਨਹੀਂ, ਪਰ ਕਰੀਏ ਕੀ, ਸਰਕਾਰਾਂ ਨਹੀਂ ਇਸ ਚੀਜ਼ ਨੂੰ ਗੌਰ ਕਰਦੀਆਂ। ਭਾਈ ਚਾਂਦ ਸਾਹਿਬ ਭਾਈ ਚਾਂਦ ਸਾਹਿਬ
ਮੈਂ ਨਾਲ ਲਵਾਂ ਤੁਸੀਂ ਲੈ ਨਹੀਂ ਲੈਣੇ ਨੇ ਸਹੂਲਤਾਂ ਮਤਲਬ ਕਿ ਥੋੜਾ ਜਿਹਾ ਅੱਗੇ ਨਾ ਜਾਇਆ ਕਰਦੀ ਦੱਸੋ ਤੁਸੀਂ ਇਹ ਮੈਂ ਇੱਕ ਸ਼ਹੀਦ ਊਧਮ ਸਿੰਘ ਦਾ ਲੇਖਕ ਹੈ। ਮੈਨੂੰ ਲੰਬੇ ਸਮੇਂ ਤੋਂ ਮੈਂ ਸ਼ਹੀਦ ਤੇ ਖੋਜ ਕਰ ਰਿਹਾ, ਕਰੀਬ 25 ਸਾਲ ਹੋ ਗਏ ਮੈਨੂੰ ਖੋਜ ਕਰਦੇ ਨੂੰ। ਹੁਣ ਤੱਕ ਮੇਰੀਆਂ ਜਿਹੜੀਆਂ 5 ਕਿਤਾਬਾਂ ਇਹਦੇ ਉੱਤੇ ਆਈਆਂ ਨੇ। ਪਹਿਲੀ ਕਿਤਾਬ ਜਿਹੜੀ ਆਈ ਸੀ ਭਾਰਤ ਦੀ ਆਜ਼ਾਦੀ ਦੀ ਸ਼ਮਾ ਦਾ ਪਰਵਾਨਾ, ਮਹਾਨ ਖੱਦਰੀ ਖਿਲਾਫੀ, ਸ਼ਹੀਦ ਊਧਮ ਸਿੰਘ ਆਈ ਸੀ। ਤੇ ਜਿਹੜੀ ਦੂਜੀ ਕਿਤਾਬ ਮੇਰੀ ਆਈ ਸੀ ਬਦਲੇ ਤੋਂ ਪਾਰ, ਸਮਾਜਿਕ ਬਦਲਾਅ ਨੂੰ ਪਰਨਾਇਆ ਸੀ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ। ਜਿਸ ਤਰ੍ਹਾਂ ਦੀ ਮਤਲਬ ਖੋਜ ਆਈ ਜਾ ਰਹੀ ਹੈ ਉਸੇ ਤਰ੍ਹਾਂ ਮਤਲਬ ਕਿ ਨਵੀਆਂ ਆਈ ਜਾ ਰਹੀਆਂ। ਇੱਕ ਫਿਰ ਇਹ ਜਿਹੜੀ ਹੈਗੀ ਹੈ ਮੇਰੀ, ਉਸ ਤੋਂ ਬਾਅਦ ਨਾਟਕ ਲਿਖਿਆ ਸੀ ਤਾਂ ਜੋ ਲੋਕਾਂ ਤੱਕ ਜਿਹੜੀ ਉਹਦੀ ਸਹੀ ਵਿਚਾਰਧਾਰਾ ਦੀ ਗੱਲ ਜਾਵੇ। ਫਿਰ 2016 ਦੇ ਵਿੱਚ ਮਤਲਬ ਕਿ ਬ੍ਰਿਟਿਸ਼ ਆਰਕਾਈਵ ਲੰਡਨ ਵਾਲਿਆਂ ਨੇ ਉਹਦੀਆਂ 4 ਫਾਈਲਾਂ ਰਿਲੀਜ਼ ਕੀਤੀਆਂ ਸੀਗੀਆਂ। ਉਹ ਫਾਈਲਾਂ ਤਾਂ ਅਸੀਂ 4 ਫਾਈਲਾਂ ਇੰਗਲੈਂਡ ਤੋਂ ਮੰਗਾਈਆਂ ਸੀ, 800 ਪੇਜ ਆ ਇਹ। ਉਸ ਤੋਂ ਬਾਅਦ ਇਹ ਮੇਰੀ ਕਿਤਾਬ 2019 ਦੇ ਵਿੱਚ ਊਧਮ ਸਿੰਘ ਹੀਰੋ ਇਨ ਦ ਕਾਜ਼ ਆਫ ਇੰਡੀਅਨ ਫਰੀडम, ਇਹ ਉਸ ਤੋਂ ਬਾਅਦ ਕਿਤਾਬ ਆਈ ਹੈ। ਫਿਰ ਜਿਹੜੀ ਹੁਣ ਲੇਟੈਸਟ ਕਿਤਾਬ ਹੈ, ਕਿਉਂਕਿ ਉਹ ਸ਼ਹੀਦ ਊਧਮ ਸਿੰਘ ਦੀ ਆ, ਜਦੋਂ ਇਹ ਅਦਾਲਤ ਦੇ ਵਿੱਚ ਗਿਆ ਸੀਗਾ, ਟ੍ਰਾਇਲ ਚੱਲਿਆ ਸੀ, 25 ਮਿੰਟ ਬੋਲਦਾ ਰਿਹਾ ਸੀਗਾ। ਉਦੋਂ ਇਹ ਉਰਦੂ, ਗੁਰਮੁਖੀ ਤੇ ਇੰਗਲਿਸ਼ ਦੇ ਵਿੱਚ ਹਿੰਦੀ ਬਾਰੇ ਵੀ ਬੋਲਿਆ ਸੀ, ਮਜ਼ਦੂਰਾਂ ਕਿਸਾਨਾਂ ਬਾਰੇ ਵੀ ਉਹਨੇ ਗੱਲ ਕੀਤੀ ਸੀ, ਤੇ ਉਹਨੇ ਨਾਲੇ ਅੰਗਰੇਜ਼ਾਂ ਵੱਲੋਂ ਕੀਤੇ ਜਾ ਰਹੇ ਕੋਈ ਗੱਲ ਨਹੀਂ। ਮੈਂ ਇੱਧਰ ਸੁਣਾਉਂ ਕਿ ਜੇ ਆ ਗਿਆ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਹੈ ਜਿਨ੍ਹਾਂ ਨੇ ਇਹ ਬਣਾਇਆ ਹੈਗਾ, ਇਹ ਤਾਂ ਉਹਨਾਂ ਦੀ ਰਿਸਪੌਂਸਿਬਿਲਟੀ ਆ। ਉਹਨਾਂ ਨੂੰ ਸਗੋਂ ਅਥੈਂਟਿਸਿਟੀ ਕਰਕੇ ਇਹ ਵਿਭਾਗ ਜ਼ਿੰਮੇਵਾਰ ਹੈ ਅਥੈਂਟਿਸਿਟੀ ਵਾਸਤੇ, ਕਿਹੜੀ ਓਰੀਜਨਲ ਹੈ ਕਿਹੜੀ ਨਹੀਂ ਹੈ। ਇਹ ਡਿਪਾਰਟਮੈਂਟ ਨੂੰ ਚਾਹੀਦਾ, ਜਿਨ੍ਹਾਂ ਨੇ ਮੈਮੋਰੀਅਲ ਬਣਾਇਆ ਇਹਨਾਂ ਨੂੰ ਅਥੈਂਟਿਸਿਟੀ ਕਰਕੇ ਇਹ ਲਗਾਉਣਾ ਚਾਹੀਦਾ। ਤੇ ਇਹ ਕਿਉਂਕਿ ਇਹ ਕੋਈ ਬੰਦਾ ਕਹੇ ਵੀ ਇਹ ਓਰੀਜਨਲ ਹੈ ਨਹੀਂ ਓਰੀਜਨਲ, ਇਹਦਾ ਫੈਸਲਾ ਤਾਂ ਜਿਹੜਾ ਸੈਰ ਸਪਾਟੇ ਤੇ ਜਿਹੜਾ ਆਪਣਾ ਸੱਭਿਆਚਾਰਕ ਮਾਮਲੇ ਵਿਭਾਗ ਹੈ ਇਹਨਾਂ ਨੇ ਕਰਨਾ। ਅਸਲ ਇਹਨਾਂ ਦੀ ਜ਼ਿੰਮੇਵਾਰੀ ਹੈ, ਕਿਉਂਕਿ ਇਹਦੀ ਸ਼ਕਲ ਨਾਲ ਤੁਸੀਂ ਦੇਖੋ, ਓਰੀਜਨਲ ਫੋਟੋ ਦੀ ਸ਼ਕਲ ਨਾਲ ਜਿਹੜਾ ਇਹ ਬੁੱਤ ਹੈਗਾ ਤੁਸੀਂ ਦੇਖ ਲਓ ਮਿਲਦਾ ਕਿ ਨਹੀਂ ਮਿਲਦਾ, ਇਹ ਸਭ ਦੇ ਸਾਹਮਣੇ ਹੈ। ਭਾਜੀ ਕੀ ਨਾਮ ਹੈ ਤੁਹਾਡਾ? ਹਰਦਿਆਲ ਸਿੰਘ ਜੀ। ਭਾਜੀ ਕੀ ਲੱਗਦੇ ਹੋ ਤੁਸੀਂ ਸ਼ਹੀਦ ਊਧਮ ਸਿੰਘ ਦੇ? ਸ਼ਹੀਦ ਊਧਮ ਸਿੰਘ ਦੇ ਮੌਜੂਦਾ ਵਾਰਸਾਂ ਦੇ ਵਿੱਚੋਂ ਅਸੀਂ ਮੌਜੂਦਾ ਵਾਰਸਾਂ, ਜੋ ਕਿ ਸ਼ਹੀਦ ਊਧਮ ਸਿੰਘ ਦੇ ਪੋਤੇ ਪੜੋਤਿਆਂ ਦੇ ਵਿੱਚੋਂ ਆਉਂਦੇ ਹਾਂ। ਭਾਜੀ ਕਿਵੇਂ ਲੱਗਦਾ ਹੈਗਾ, ਪਹਿਲੀਆਂ ਤਾਂ ਜਦੋਂ ਜਿਹੜਾ ਇੱਕ ਮਿਊਜ਼ੀਅਮ ਬਣਾਇਆ ਗਿਆ, ਮੈਮੋਰੀਅਲ ਬਣਾਇਆ ਗਿਆ ਬੜੀ ਜਦੋਜਹਿਦ ਤੋਂ ਬਾਅਦ, ਉਹਦੇ ਵਿੱਚ ਕਾਂਸੀ ਦਾ ਬੁੱਤ ਲਗਾਇਆ ਗਿਆ ਸੀ ਊਧਮ ਸਿੰਘ ਦਾ, ਕੀ ਇਸ ਦੀ ਤਸਵੀਰ ਅਸਲ ਤਸਵੀਰਾਂ ਦੇ ਨਾਲ ਮਿਲਦੀ ਹੈ? ਦੇਖੋ, ਅਸੀਂ ਮਿਊਜ਼ੀਅਮ ਬਣਾਉਣ ਲਈ 20 ਸਾਲ ਸੰਘਰਸ਼ ਕਰਦੇ ਰਹੇ, ਚਾਹੇ ਉਹ ਸ਼ਹਿਰ ਨਿਵਾਸੀ ਸੀ, ਚਾਹੇ ਉਹ ਪਰਿਵਾਰ ਦੇ ਮੈਂਬਰ ਸੀ। ਪਰ ਸਾਨੂੰ ਬੜਾ ਦੁੱਖ ਹੋਇਆ ਜਦੋਂ ਮਿਊਜ਼ੀਅਮ ਬਣਿਆ, ਚਾਹੇ ਉਹ ਬੁੱਤ ਆਇਆ, ਚਾਹੇ ਇਹਦਾ ਨਕਸ਼ਾ ਬਣਿਆ, ਪਰ ਸਾਨੂੰ ਕਿਸੇ ਵੀ ਕਮੇਟੀ ਦੇ ਵਿੱਚ ਪਰਿਵਾਰ ਨੂੰ ਸ਼ਾਮਲ ਨਹੀਂ ਕੀਤਾ ਗਿਆ, ਨਾ ਹੀ ਕੋਈ ਸੁਨਾਮ ਦਾ ਕੋਈ ਮੋਹਤਬਰ ਬੰਦਾ ਸ਼ਾਮਲ ਸੀ। ਜੋ ਕਿ ਅੱਜ ਇਹ ਬੁੱਤ ਲਗਾਇਆ, ਸ਼ਕਲ ਦੇ ਮੁਤਾਬਕ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਸੁਨਾਮ ਦਾ ਬਹੁਤ ਵੱਡਾ ਮਸਲਾ ਇਹ। ਘੱਟੋ ਘੱਟ ਜੇ ਅਸੀਂ ਇੱਕ ਮਿਊਜ਼ੀਅਮ ਲਈ 20 ਸਾਲ ਲੱਗੇ ਤਾਂ ਪ੍ਰੋਪਰ ਸ਼ਕਲ ਦਾ ਬੁੱਤ ਦਾ ਲਗਾਇਆ ਜਾਂਦਾ, ਇਹ ਬਹੁਤ ਨਿਰਾਸ਼ਾ, ਪਰਿਵਾਰ ਵੱਲੋਂ ਵੀ ਨਿਰਾਸ਼ਾ, ਇਲਾਕਾ ਨਿਵਾਸੀ ਵੱਲੋਂ ਵੀ ਨਿਰਾਸ਼ਾ। ਤੁਸੀਂ ਨੈੱਟ ਤੇ ਸਰਚ ਕਰੋਗੇ, ਅੱਜ ਕੱਲ੍ਹ ਦੀ ਪੀੜ੍ਹੀ ਜੋ ਸਰਚ ਕਰਦੀ ਆ ਉਹ ਫੋਟੋਆਂ ਹੋਰ ਹੋਣਗੀਆਂ, ਤੁਹਾਨੂੰ ਬੁੱਤ ਹੋਰ ਤਰ੍ਹਾਂ ਦੇ ਦੇਖਣਗੇ, ਜਦੋਂ ਕਿ ਊਧਮ ਸਿੰਘ ਦੀਆਂ ਓਰੀਜਨਲ ਫੋਟੋਆਂ ਆ ਚੁੱਕੀਆਂ ਨੇ। ਪਤਾ ਨਹੀਂ ਸਰਕਾਰਾਂ ਕੀ ਮਸਲੇ ਨੇ, ਕਿਉਂ ਸਾਨੂੰ ਸ਼ਾਮਲ ਨਹੀਂ ਕਰਦੀਆਂ, ਕਿਉਂ ਗਲਤ ਕੰਮ ਕੀਤੇ ਜਾਂਦੇ ਨੇ। ਲੱਗਦਾ ਕਿ ਤੁਹਾਨੂੰ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਦਾ ਹਟਾਇਆ ਸੀ ਤਾਂ ਉਸ ਤੋਂ ਬਾਅਦ ਅਗਰ ਗਲਤ ਹੋ ਗਿਆ ਸੀ ਤਾਂ ਇਸਨੂੰ ਚੇਂਜ ਕੀਤਾ ਜਾ ਸਕਦਾ ਸੀ? ਦੇਖੋ, ਅਸੀਂ ਤਾਂ ਰੌਲਾ ਪਾਇਆ, ਪਿਛਲੀ ਵਾਰ ਵੀ ਰੌਲਾ ਪਾਇਆ, ਤੁਹਾਡੀ ਮੀਡੀਆ ਵੀ ਇੱਥੇ ਸੀ, ਪਰ ਇਹ ਗੱਲਾਂ ਮੀਡੀਆ ਤੱਕ ਹੀ ਸੀਮਿਤ ਰਹਿ ਜਾਂਦੇ ਨੇ। ਅਸੀਂ CM ਸਾਹਿਬ ਨੂੰ ਮਿਲਣ ਦਾ ਸਮਾਂ ਮੰਗਦੇ ਹਾਂ, ਉਦੋਂ ਦੇਖਿਆ ਜਾਂਦਾ ਕਿ ਪੂਰਾ ਪ੍ਰਸ਼ਾਸਨ ਸਾਡੇ ਆਲੇ ਦੁਆਲੇ ਹੋ ਜਾਂਦਾ, ਕੋਈ ਪ੍ਰੋਪਰ ਗੱਲ ਹੀ ਨਹੀਂ ਕਰਨ ਦਿੰਦੇ CM ਸਾਹਿਬ ਨਾਲ। ਤੁਸੀਂ ਦੇਖਿਓ ਹੁਣ ਭਗਵੰਤ ਮਾਨ ਸਾਹਿਬ ਆਉਣਗੇ, ਪੂਰੇ ਪਰਿਵਾਰ ਤੋਂ ਇੱਕ ਸਿਕਿਉਰਿਟੀ ਦਾ ਘੇਰਾ ਬਣਾ ਦਿੱਤਾ ਜਾਂਦਾ ਹੈ ਤਾਂ ਇਹ ਕੋਈ ਬੁੱਤ ਕੀ ਕੋਈ ਵੀ ਸ਼ਿਕਾਇਤ ਨਾ ਰੱਖ ਸਕਣ ਪਰਿਵਾਰ ਵਾਲੇ। ਅਗਰ ਇੱਦਾਂ ਹੀ ਚੱਲਦਾ ਰਿਹਾ ਤਾਂ ਫਾਇਦਾ ਕੀ ਸ਼ਰਧਾਂਜਲੀ ਦੇਣ ਦਾ? ਇੱਕ ਦਿਨ ਹੁੰਦਾ ਮਸਾਂ ਸ਼ਹੀਦ ਦੇ ਮੁੱਦੇ ਚੁੱਕਣ ਦਾ, ਉਹ ਵੀ ਪ੍ਰਸ਼ਾਸਨ ਵੱਲੋਂ ਸਾਨੂੰ ਦੂਰ ਰੱਖਿਆ ਜਾਂਦਾ। ਕੀ ਤੁਸੀਂ ਹੁਣ ਇਸ ਸਮੇਂ ਮੰਗ ਰੱਖ ਰਹੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਕਿ ਉਹ ਮਿਲਦਾ ਜੁਲਦਾ ਤਸਵੀਰ ਲਾਈ ਜਾਵੇ? ਦੇਖੋ, ਸਾਡੇ ਵੱਲੋਂ ਮੰਗ ਰੱਖੀ ਜਾਊਗੀ ਕਿ ਜੋ ਅਸਲ ਸ਼ਕਲ ਆ ਉਹ ਸ਼ਕਲ ਦਾ ਬੁੱਤ ਲਗਾਇਆ ਜਾਵੇ। ਅਸੀਂ ਤਾਂ ਮਾਨ ਸਾਹਿਬ ਨੂੰ ਪਹਿਲਾਂ ਹੀ ਕੋਸ਼ਿਸ਼ ਕਰ ਰਹੇ ਹਾਂ। ਦੇਖੋ, ਸਰਕਾਰੀ ਦਫ਼ਤਰ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਗਈ, ਅਸੀਂ ਹੈਰਾਨ ਆ ਕਿ CM ਸਾਹਿਬ ਦਾ ਸ਼ਹਿਰ ਆਏ ਕੌਂਸਟੀਚੁਐਂਸੀ ਆ ਕਿ ਊਧਮ ਸਿੰਘ ਦੀ ਫੋਟੋ ਸਰਕਾਰੀ ਦਫ਼ਤਰਾਂ ਦੇ ਵਿੱਚ ਕਿਉਂ ਨਹੀਂ ਲਗਾਈ ਗਈ। ਅਸੀਂ ਤਾਂ ਪਹਿਲੇ ਹੀ ਨਿਰਾਸ਼ ਚੱਲ ਰਹੇ ਹਾਂ ਮਾਨ ਸਾਹਿਬ ਤੋਂ। ਸਾਡਾ ਇਹ ਪਹਿਲ ਦੇ ਆਧਾਰ ਤੇ ਮੁੱਦਾ ਹੋਊਗਾ ਕਿ ਊਧਮ ਸਿੰਘ ਦੀ ਫੋਟੋ ਜੋ ਸਰਕਾਰੀ ਦਫ਼ਤਰਾਂ ਦੇ ਵਿੱਚ ਲਗਾਈ ਜਾਵੇ, ਸਹੀ ਸ਼ਕਲ ਦਾ ਬੁੱਤ ਲਗਾਇਆ ਜਾਵੇ ਮਿਊਜ਼ੀਅਮ ਦੇ ਵਿੱਚ, ਤਾਂ ਹੀ ਅਸੀਂ ਸੱਚੀ ਸ਼ਰਧਾਂਜਲੀ ਮੰਨਾਂਗੇ। ਭਾਜੀ ਕੀ ਨਾਮ ਹੈ ਤੁਹਾਡਾ?
ਜੀਤ ਸਿੰਘ ਜੀ ਮੇਰਾ ਅੱਛਾ, ਨਾਮ। ਉਦਮ ਸਿੰਘ ਤੁਹਾਡੇ ਕੀ ਲੱਗਦੇ ਸੀ? ਮੇਰਾ ਨਾਨਾ ਲੱਗਦਾ, ਜੋ ਮੇਰੀ ਨਾਨੀ ਥੀ ਨਾ ਆਸ ਕੌਰ, ਉਹ ਮੇਰੇ ਉਦਮ ਸਿੰਘ ਦੀ ਭੈਣ ਸੀ, ਚਚੇਰੀ ਚਾਚੇ ਦੀ ਕੁੜੀ। ਮਤਲਬ ਉਹ ਉਹਨਾਂ ਦੇ ਮਾਂ-ਬਾਪ, ਮੇਰੀ ਨਾਨੀ ਦਾ ਸੀ 13 ਸਾਲ ਦੀ, ਉਦਮ ਸਿੰਘ ਤਾਂ 9 ਸਾਲ ਦਾ, ਉਹਦਾ ਭਰਾ ਉਸ ਤੋਂ ਛੋਟਾ ਸੀ ਅੱਛਾ, ਮੈਨੂੰ ਇਹ ਦੱਸੋ, ਜੀ। ਸ਼ਹੀਦ ਊਧਮ ਸਿੰਘ ਦੇ 3-4 ਬੁੱਤ ਲੱਗੇ ਹੋਏ ਨੇ ਸੁਨਾਮ ਸ਼ਹਿਰ ਦੇ ਵਿੱਚ। ਇੱਕ ਸਰਕਾਰੀ ਮਿਊਜ਼ੀਅਮ ਬਣਿਆ ਹੋਇਆ ਜਿੱਥੇ ਆਪਾਂ ਅੱਜ ਖੜੇ ਆਂਗੇ। ਜੀ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਇਹਦਾ ਉਦਘਾਟਨ ਕੀਤਾ ਸੀ। ਜੀ। ਕਿ ਜਿਹੜੀ ਇਹ ਤਸਵੀਰ ਲੱਗੀ ਹੋਈ ਹੈ, ਇਹ ਜਿਹੜਾ ਬੁੱਤ ਬਣਿਆ, ਕੀ ਇਹ ਉਸਦੀ ਤੁਸੀਂ ਓਰੀਜਨਲ ਤਸਵੀਰਾਂ ਦੇਖੀਆਂ ਨੇ? ਇਹ ਲੱਗਦਾ ਕਿ ਤੁਹਾਨੂੰ ਸੱਚੀਓ ਕਿ ਊਧਮ ਸਿੰਘ ਦੇਖੋ, ਅਸੀਂ ਤਾਂ ਸਰਕਾਰਾਂ ਦੀ ਤਾਂ ਸਰਕਾਰ ਕਰਦੀ ਆ ਆਪਣ ਮਾਣਾਈ, ਆਪਣੀ ਮਰਜ਼ੀ ਕਰਦੀ ਆ। ਅੱਜ ਤਾਂ ਕਹਿੰਦੇ ਵੀ ਜਿਹੜੀ ਰੀਜਨਲ ਉਹਦੀ ਫੋਟੋ ਆ ਉਹ ਸਾਡੇ ਕੋਲ ਪਈਆਂ ਆਮ, ਤੇ ਬਸ ਉਹ ਉਹਨਾਂ ਨੂੰ ਆਰਡਰ ਦੇ ਦਿੰਦੇ ਆ, ਜਿਸ ਤਰ੍ਹਾਂ ਉਹ ਕਹਿੰਦੇ ਆ ਉਵੇਂ ਬਣਾ ਦਿੰਦੇ ਆ। ਅਸੀਂ ਤਾਂ ਫਿਰ ਉਸੇ ਨੂੰ ਕੀ ਕਰੀਏ? ਪਿਛਲੀ ਵਾਰ ਇਸ ਦੇ ਉੱਪਰ ਓਮ ਲਿਖਿਆ ਹੋਇਆ ਤਾਂ ਉਹ ਅਸੀਂ ਕਟਾਇਆ ਵੀ ਗਲਤ ਆ, ਇਹ ਨਾਲ ਦੇ ਨਾਲ ਅਸੀਂ ਉਜਰ ਕਰਿਆ। ਚਲੋ ਰਾਤੋਂ ਰਾਤ ਬਦਲਤੇ ਇਹਨਾਂ ਨੇ, ਤੇ ਮੈਂ ਉਹਨੂੰ ਕੀ ਕਹੀਏ ਇਹਨਾਂ ਨੂੰ, ਕਿਉਂਕਿ ਸਰਕਾਰਾਂ ਇਹਨਾਂ ਚੀਜ਼ਾਂ ਤੇ ਗੌਰ ਘੱਟ ਕਰਦੀਆਂ, ਅਸਲੀ ਹੈਗੀਆਂ। ਤੁਹਾਨੂੰ ਦੁੱਖ ਲੱਗਦਾ ਕਿ ਓਰੀਜਨਲ ਆਇਡੈਂਟੀ ਸਪਾਈ ਜਾ ਰਹੀ ਹੈ? ਬਹੁਤ ਦੁੱਖ ਲੱਗਦਾ ਸੀ, ਬਹੁਤ ਰੌਲਾ ਪਾ ਰਿਹਾ। ਕੌਣ ਸੁਣਦਾ ਜੀ ਅੱਜ ਕੱਲ੍ਹ? ਸਰਕਾਰਾਂ ਦਾ ਕੰਮ ਆ, ਲੀਡਰਾਂ ਦਾ ਕੋਈ ਨਹੀਂ ਸੁਣਦਾ ਸਾਡੀ। ਅਸੀਂ ਬੜਾ ਰੌਲਾ ਪਾਣੇ ਆ, ਹਰ ਇੱਕ ਗੱਲ ਤੇ ਉਹ ਕਰ ਰਹੇ ਆ। ਹੁਣ ਵੀ ਅਸੀਂ ਬਹੁਤ ਕੁਝ ਕੈਪਟਨ ਸਾਹਿਬ ਨੂੰ ਵੀ ਕਿਹਾ ਵੀ ਆ, ਜਿਹੜਾ ਨਿਯਮ ਆ ਇਹ ਕਿੰਨਾ ਕੁ ਇਹਦੇ ਵਾਸਤੇ, ਮਤਲਬ ਉਹ ਉਹਨਾਂ ਨੇ ਇਹੀ ਗੱਲ ਕਹੀ ਵੀ ਇਹ ਤਾਂ ਉਹਦੇ ਜਿੰਨੀ ਉਹਦੀ ਸਿੱਖਦੀ ਆ, 21 ਸਾਲ ਉਹਨੇ ਪਿੱਛਾ ਕਰਿਆ ਤੇ ਬਹੁਤ ਥੋੜੀ ਆ। ਅਸੀਂ ਕਿਹਾ ਵੀ ਹੋਰ, ਕਹਿੰਦਾ ਹਾਂ ਇਸ ਤੋਂ ਬਾਅਦ ਅਸੀਂ ਕਹਿੰਦੇ ਵੀ ਹੋਰ ਹੀ ਬਣੂਗਾ। ਤੁਹਾਨੂੰ ਲੱਗਦਾ ਕਿ ਇਹ ਬੁੱਤ ਕਿੰਨਾ ਕੁ ਮਿਲਦੀ ਜੁਲਦੀ ਤਸਵੀਰ ਹੈ ਉਹਦੇ ਨਾਲ? ਦੇਖੋ, ਉਹਦੇ ਨਾਲ ਤਾਂ ਤਸਵੀਰ ਮਿਲਦੀ ਨਹੀਂ, ਪਰ ਹੁਣ ਅਸੀਂ ਕੀ ਕਹੀਏ, ਰੌਲਾ ਬਹੁਤ ਪਾਉਂਦੇ ਸੀ। ਅਸੀਂ ਅਰਜ਼ੀਆਂ ਵੀ ਦਿੰਦੇ ਹਾਂ, ਸਭ ਕੁਝ ਕਰਦੇ ਹਾਂ, ਪਰ ਸਰਕਾਰ ਨਹੀਂ ਗੌਲਦੀ। ਕੀ ਕਹੀਏ ਇਹਨੂੰ? ਸਰਕਾਰਾਂ ਦੇ ਹੁਣ ਅਸੀਂ ਨਾ ਤਾਂ ਐਂ ਕਹਿ ਸਕਦੇ ਵੀ ਖਾਨੀਆਂ, ਨਾ ਐਂ ਕਹਿ ਸਕਦੇ ਨਹੀਂ, ਪਰ ਕਰੀਏ ਕੀ? ਸਰਕਾਰਾਂ ਨਹੀਂ ਇਸ ਚੀਜ਼ ਨੂੰ। ਭਾਈ ਚਾਂਦ ਸਾਹਿਬ, ਭਾਈ ਚਾਂਦ ਸਾਹਿਬ।
ਮੈਂ ਨਾਲ ਲਵਾਂ ਤੁਸੀਂ ਲੈ ਜਾਓ। ਨਹੀਂ ਲੈਣੇ ਨੇ ਸਹੂਲਤਾਂ ਮਤਲਬ ਕਿ ਥੋੜਾ ਜਿਹਾ ਅੱਗੇ ਨਾ ਜਾਇਆ ਕਰਦੀ ਦੱਸੋ ਤੁਸੀਂ ਕੀ ਕਰਨਾ। ਇਹ ਮੈਂ ਇੱਕ ਸ਼ਹੀਦ ਊਧਮ ਸਿੰਘ ਦਾ ਲੇਖਕ ਹੈ। ਮੈਨੂੰ ਲੰਬੇ ਸਮੇਂ ਤੋਂ ਮੈਂ ਸ਼ਹੀਦ ਤੇ ਖੋਜ ਕਰ ਰਿਹਾ, ਕਰੀਬ 25 ਸਾਲ ਹੋ ਗਏ ਮੈਨੂੰ ਖੋਜ ਕਰਦੇ ਨੂੰ। ਹੁਣ ਤੱਕ ਮੇਰੀਆਂ ਜਿਹੜੀਆਂ 5 ਕਿਤਾਬਾਂ ਇਹਦੇ ਉੱਤੇ ਆਈਆਂ ਨੇ। ਪਹਿਲੀ ਕਿਤਾਬ ਜਿਹੜੀ ਆਈ ਸੀ ਭਾਰਤ ਦੀ ਆਜ਼ਾਦੀ ਦੀ ਸ਼ਮਾ ਦਾ ਪਰਵਾਨਾ, ਮਹਾਨ ਖੱਦਰੀ ਖਿਲਾਫੀ ਸ਼ਹੀਦ ਊਧਮ ਸਿੰਘ ਆਈ ਸੀ। ਫਿਰ ਜਿਹੜੀ ਦੂਜੀ ਕਿਤਾਬ ਮੇਰੀ ਆਈ ਸੀ ਬਦਲੇ ਤੋਂ ਪਾਰ, ਸਮਾਜਿਕ ਬਦਲਾਅ ਨੂੰ ਪਰਨਾਇਆ ਸੀ ਕ੍ਰਾਂਤੀਕਾਰੀ ਸ਼ਹੀਦ। ਜਿਸ ਤਰ੍ਹਾਂ ਦੀ ਮਤਲਬ ਖੋਜ ਆਈ ਜਾ ਰਹੀ ਹੈ ਉਸੇ ਤਰ੍ਹਾਂ ਮਤਲਬ ਕਿ ਨਵੀਆਂ ਆਈ ਜਾ ਰਹੀਆਂ। ਇੱਕ ਫਿਰ ਇਹ ਜਿਹੜੀ ਹੈਗੀ ਹੈ ਮੇਰੀ, ਉਸ ਤੋਂ ਬਾਅਦ ਨਾਟਕ ਲਿਖਿਆ ਸੀ ਤਾਂ ਜੋ ਲੋਕਾਂ ਤੱਕ ਜਿਹੜੀ ਉਹਦੀ ਸਹੀ ਵਿਚਾਰਧਾਰਾ ਦੀ ਗੱਲ ਜਾਵੇ। ਫਿਰ 2016 ਦੇ ਵਿੱਚ ਮਤਲਬ ਕਿ ਬ੍ਰਿਟਿਸ਼ ਆਰਕਾਈਵ ਲੰਡਨ ਵਾਲਿਆਂ ਨੇ ਉਹਦੀਆਂ 4 ਫਾਈਲਾਂ ਰਿਲੀਜ਼ ਕੀਤੀਆਂ ਸੀਗੀਆਂ। ਉਹ ਫਾਈਲਾਂ ਤਾਂ ਅਸੀਂ 4 ਫਾਈਲਾਂ ਇੰਗਲੈਂਡ ਤੋਂ ਮੰਗਾਈਆਂ ਸੀ, 800 ਪੇਜ ਆ ਇਹ। ਉਸ ਤੋਂ ਬਾਅਦ ਇਹ ਮੇਰੀ ਕਿਤਾਬ 2019 ਦੇ ਵਿੱਚ ਊਧਮ ਸਿੰਘ ਹੀਰੋ ਇਨ ਦ ਕਾਜ਼ ਆਫ ਇੰਡੀਅਨ ਫਰੀडम, ਇਹ ਉਸ ਤੋਂ ਬਾਅਦ ਕਿਤਾਬ ਆਈ ਹੈ। ਫਿਰ ਜਿਹੜੀ ਹੁਣ ਲੇਟੈਸਟ ਕਿਤਾਬ ਹੈ, ਕਿਉਂਕਿ ਉਹ ਸ਼ਹੀਦ ਊਧਮ ਸਿੰਘ ਦੀ ਆ, ਜਦੋਂ ਇਹ ਅਦਾਲਤ ਦੇ ਵਿੱਚ ਗਿਆ ਸੀਗਾ, ਟ੍ਰਾਇਲ ਚੱਲਿਆ ਸੀ, 25 ਮਿੰਟ ਬੋਲਦਾ ਰਿਹਾ ਸੀਗਾ, ਉਦੋਂ ਇਹ ਉਰਦੂ, ਗੁਰਮੁਖੀ ਤੇ ਇੰਗਲਿਸ਼ ਦੇ ਵਿੱਚ ਹਿੰਦੀ ਬਾਰੇ ਵੀ ਬੋਲਿਆ ਸੀ, ਮਜ਼ਦੂਰਾਂ ਕਿਸਾਨਾਂ ਬਾਰੇ ਵੀ ਉਹਨੇ ਗੱਲ ਕੀਤੀ ਸੀ, ਤੇ ਉਹਨੇ ਨਾਲੇ ਅੰਗਰੇਜ਼ਾਂ ਵੱਲੋਂ ਕੀਤੇ ਜਾ ਰਹੇ ਕੋਈ ਗੱਲ ਨਹੀਂ। ਮੈਂ ਇੱਧਰ ਸੁਣਾਉਂ ਕਿ ਜੇ ਆ ਗਿਆ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਹੈ ਜਿਨ੍ਹਾਂ ਨੇ ਇਹ ਬਣਾਇਆ ਹੈਗਾ, ਇਹ ਤਾਂ ਉਹਨਾਂ ਦੀ ਰਿਸਪੌਂਸਿਬਿਲਟੀ ਆ। ਉਹਨਾਂ ਨੂੰ ਸਗੋਂ ਅਥੈਂਟਿਸਿਟੀ ਕਰਕੇ ਇਹ ਵਿਭਾਗ ਜ਼ਿੰਮੇਵਾਰ ਹੈ ਅਥੈਂਟਿਸਿਟੀ ਵਾਸਤੇ, ਕਿਹੜੀ ਓਰੀਜਨਲ ਹੈ ਕਿਹੜੀ ਨਹੀਂ ਹੈ। ਇਹ ਡਿਪਾਰਟਮੈਂਟ ਨੂੰ ਚਾਹੀਦਾ, ਜਿਨ੍ਹਾਂ ਨੇ ਮੈਮੋਰੀਅਲ ਬਣਾਇਆ ਇਹਨਾਂ ਨੂੰ ਅਥੈਂਟਿਸਿਟੀ ਕਰਕੇ ਇਹ ਲਗਾਉਣਾ ਚਾਹੀਦਾ। ਤੇ ਇਹ ਕਿਉਂਕਿ ਇਹ ਕੋਈ ਬੰਦਾ ਕਹੇ ਵੀ ਇਹ ਓਰੀਜਨਲ ਹੈ ਨਹੀਂ ਓਰੀਜਨਲ, ਇਹਦਾ ਫੈਸਲਾ ਤਾਂ ਜਿਹੜਾ ਸੈਰ ਸਪਾਟੇ ਤੇ ਜਿਹੜਾ ਆਪਣਾ ਸੱਭਿਆਚਾਰਕ ਮਾਮਲੇ ਵਿਭਾਗ ਹੈ ਇਹਨਾਂ ਨੇ ਕਰਨਾ। ਅਸਲ ਇਹਨਾਂ ਦੀ ਜ਼ਿੰਮੇਵਾਰੀ ਹੈ, ਕਿਉਂਕਿ ਇਹਦੀ ਸ਼ਕਲ ਨਾਲ ਤੁਸੀਂ ਦੇਖੋ, ਓਰੀਜਨਲ ਫੋਟੋ ਦੀ ਸ਼ਕਲ ਨਾਲ ਜਿਹੜਾ ਇਹ ਬੁੱਤ ਹੈਗਾ ਤੁਸੀਂ ਦੇਖ ਲਓ ਮਿਲਦਾ ਕਿ ਨਹੀਂ ਮਿਲਦਾ, ਇਹ ਸਭ ਦੇ ਸਾਹਮਣੇ ਹੈ। ਭਾਜੀ ਕੀ ਨਾਮ ਹੈ ਤੁਹਾਡਾ? ਹਰਦਿਆਲ ਸਿੰਘ ਜੀ। ਭਾਜੀ ਕੀ ਲੱਗਦੇ ਹੋ ਤੁਸੀਂ ਸ਼ਹੀਦ ਊਧਮ ਸਿੰਘ ਦੇ? ਸ਼ਹੀਦ ਊਧਮ ਸਿੰਘ ਦੇ ਮੌਜੂਦਾ ਵਾਰਸਾਂ ਦੇ ਵਿੱਚੋਂ ਅਸੀਂ ਮੌਜੂਦਾ ਵਾਰਸਾਂ, ਜੋ ਕਿ ਸ਼ਹੀਦ ਊਧਮ ਸਿੰਘ ਦੇ ਪੋਤੇ ਪੜੋਤਿਆਂ ਦੇ ਵਿੱਚੋਂ ਆਉਂਦੇ ਹਾਂ। ਭਾਜੀ ਕਿਵੇਂ ਲੱਗਦਾ ਹੈਗਾ, ਪਹਿਲੀਆਂ ਤਾਂ ਜਦੋਂ ਜਿਹੜਾ ਇੱਕ ਮਿਊਜ਼ੀਅਮ ਬਣਾਇਆ ਗਿਆ, ਮੈਮੋਰੀਅਲ ਬਣਾਇਆ ਗਿਆ ਬੜੀ ਜਦੋਜਹਿਦ ਤੋਂ ਬਾਅਦ, ਉਹਦੇ ਵਿੱਚ ਕਾਂਸੀ ਦਾ ਬੁੱਤ ਲਗਾਇਆ ਗਿਆ ਸੀ ਊਧਮ ਸਿੰਘ ਦਾ, ਕੀ ਇਸ ਦੀ ਤਸਵੀਰ ਅਸਲ ਤਸਵੀਰਾਂ ਦੇ ਨਾਲ ਮਿਲਦੀ ਹੈ? ਦੇਖੋ, ਅਸੀਂ ਮਿਊਜ਼ੀਅਮ ਬਣਾਉਣ ਲਈ 20 ਸਾਲ ਸੰਘਰਸ਼ ਕਰਦੇ ਰਹੇ, ਚਾਹੇ ਉਹ ਸ਼ਹਿਰ ਨਿਵਾਸੀ ਸੀ, ਚਾਹੇ ਉਹ ਪਰਿਵਾਰ ਦੇ ਮੈਂਬਰ ਸੀ। ਪਰ ਸਾਨੂੰ ਬੜਾ ਦੁੱਖ ਹੋਇਆ ਜਦੋਂ ਮਿਊਜ਼ੀਅਮ ਬਣਿਆ, ਚਾਹੇ ਉਹ ਬੁੱਤ ਆਇਆ, ਚਾਹੇ ਇਹਦਾ ਨਕਸ਼ਾ ਬਣਿਆ, ਪਰ ਸਾਨੂੰ ਕਿਸੇ ਵੀ ਕਮੇਟੀ ਦੇ ਵਿੱਚ ਪਰਿਵਾਰ ਨੂੰ ਸ਼ਾਮਲ ਨਹੀਂ ਕੀਤਾ ਗਿਆ, ਨਾ ਹੀ ਕੋਈ ਸੁਨਾਮ ਦਾ ਕੋਈ ਮੋਹਤਬਰ ਬੰਦਾ ਸ਼ਾਮਲ ਸੀ। ਜੋ ਕਿ ਅੱਜ ਇਹ ਬੁੱਤ ਲਗਾਇਆ, ਸ਼ਕਲ ਦੇ ਮੁਤਾਬਕ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਸੁਨਾਮ ਦਾ ਬਹੁਤ ਵੱਡਾ ਮਸਲਾ ਇਹ। ਘੱਟੋ ਘੱਟ ਜੇ ਅਸੀਂ ਇੱਕ ਮਿਊਜ਼ੀਅਮ ਲਈ 20 ਸਾਲ ਲੱਗੇ ਤਾਂ ਪ੍ਰੋਪਰ ਸ਼ਕਲ ਦਾ ਬੁੱਤ ਦਾ ਲਗਾਇਆ ਜਾਂਦਾ। ਇਹ ਬਹੁਤ ਨਿਰਾਸ਼ਾ, ਪਰਿਵਾਰ ਵੱਲੋਂ ਵੀ ਨਿਰਾਸ਼ਾ, ਇਲਾਕਾ ਨਿਵਾਸੀ ਵੱਲੋਂ ਵੀ ਨਿਰਾਸ਼ਾ। ਤੁਸੀਂ ਨੈੱਟ ਤੇ ਸਰਚ ਕਰੋਗੇ, ਅੱਜ ਕੱਲ੍ਹ ਦੀ ਪੀੜ੍ਹੀ ਜੋ ਸਰਚ ਕਰਦੀ ਆ, ਉਹ ਫੋਟੋਆਂ ਹੋਰ ਹੋਣਗੀਆਂ, ਤੁਹਾਨੂੰ ਬੁੱਤ ਹੋਰ ਤਰ੍ਹਾਂ ਦੇ ਦੇਖਣਗੇ, ਜਦੋਂ ਕਿ ਊਧਮ ਸਿੰਘ ਦੀਆਂ ਓਰੀਜਨਲ ਫੋਟੋਆਂ ਆ ਚੁੱਕੀਆਂ ਨੇ। ਪਤਾ ਨਹੀਂ ਸਰਕਾਰਾਂ ਕੀ ਮਸਲੇ ਨੇ, ਕਿਉਂ ਸਾਨੂੰ ਸ਼ਾਮਲ ਨਹੀਂ ਕਰਦੀਆਂ, ਕਿਉਂ ਗਲਤ ਕੰਮ ਕੀਤੇ ਜਾਂਦੇ ਨੇ। ਲੱਗਦਾ ਕਿ ਤੁਹਾਨੂੰ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਦਾ ਹਟਾਇਆ ਸੀ ਤਾਂ ਉਸ ਤੋਂ ਬਾਅਦ ਅਗਰ ਗਲਤ ਹੋ ਗਿਆ ਸੀ ਤਾਂ ਇਸਨੂੰ ਚੇਂਜ ਕੀਤਾ ਜਾ ਸਕਦਾ ਸੀ? ਦੇਖੋ, ਅਸੀਂ ਤਾਂ ਰੌਲਾ ਪਾਇਆ, ਪਿਛਲੀ ਵਾਰ ਵੀ ਰੌਲਾ ਪਾਇਆ, ਤੁਹਾਡੀ ਮੀਡੀਆ ਵੀ ਇੱਥੇ ਸੀ, ਪਰ ਇਹ ਗੱਲਾਂ ਮੀਡੀਆ ਤੱਕ ਹੀ ਸੀਮਿਤ ਰਹਿ ਜਾਂਦੇ ਨੇ। ਅਸੀਂ CM ਸਾਹਿਬ ਨੂੰ ਮਿਲਣ ਦਾ ਸਮਾਂ ਮੰਗਦੇ ਹਾਂ, ਉਦੋਂ ਦੇਖਿਆ ਜਾਂਦਾ ਕਿ ਪੂਰਾ ਪ੍ਰਸ਼ਾਸਨ ਸਾਡੇ ਆਲੇ ਦੁਆਲੇ ਹੋ ਜਾਂਦਾ, ਕੋਈ ਪ੍ਰੋਪਰ ਗੱਲ ਹੀ ਨਹੀਂ ਕਰਨ ਦਿੰਦੇ CM ਸਾਹਿਬ ਨਾਲ। ਤੁਸੀਂ ਦੇਖਿਓ, ਹੁਣ ਭਗਵੰਤ ਮਾਨ ਸਾਹਿਬ ਆਉਣਗੇ, ਪੂਰੇ ਪਰਿਵਾਰ ਤੋਂ ਇੱਕ ਸਿਕਿਉਰਿਟੀ ਦਾ ਘੇਰਾ ਬਣਾ ਦਿੱਤਾ ਜਾਂਦਾ ਹੈ ਤਾਂ ਇਹ ਕੋਈ ਬੁੱਤ ਕੀ ਕੋਈ ਵੀ ਸ਼ਿਕਾਇਤ ਨਾ ਰੱਖ ਸਕਣ ਪਰਿਵਾਰ ਵਾਲੇ। ਅਗਰ ਇੱਦਾਂ ਹੀ ਚੱਲਦਾ ਰਿਹਾ ਤਾਂ ਫਾਇਦਾ ਕੀ ਸ਼ਰਧਾਂਜਲੀ ਦੇਣ ਦਾ? ਇੱਕ ਦਿਨ ਹੁੰਦਾ ਮਸਾਂ ਸ਼ਹੀਦ ਦੇ ਮੁੱਦੇ ਚੁੱਕਣ ਦਾ, ਉਹ ਵੀ ਪ੍ਰਸ਼ਾਸਨ ਵੱਲੋਂ ਸਾਨੂੰ ਦੂਰ ਰੱਖਿਆ ਜਾਂਦਾ। ਕੀ ਤੁਸੀਂ ਹੁਣ ਇਸ ਸਮੇਂ ਮੰਗ ਰੱਖ ਰਹੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਕਿ ਉਹ ਮਿਲਦਾ ਜੁਲਦਾ ਤਸਵੀਰ ਲਾਈ ਜਾਵੇ? ਦੇਖੋ, ਸਾਡੇ ਵੱਲੋਂ ਮੰਗ ਰੱਖੀ ਜਾਊਗੀ ਕਿ ਜੋ ਅਸਲ ਸ਼ਕਲ ਆ ਉਹ ਸ਼ਕਲ ਦਾ ਬੁੱਤ ਲਗਾਇਆ ਜਾਵੇ। ਅਸੀਂ ਤਾਂ ਮਾਨ ਸਾਹਿਬ ਨੂੰ ਪਹਿਲਾਂ ਹੀ ਕੋਸ਼ਿਸ਼ ਕਰ ਰਹੇ ਹਾਂ। ਦੇਖੋ, ਸਰਕਾਰੀ ਦਫ਼ਤਰ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਗਈ। ਅਸੀਂ ਹੈਰਾਨ ਆ ਕਿ CM ਸਾਹਿਬ ਦਾ ਸ਼ਹਿਰ ਆਏ ਕੌਂਸਟੀਚੁਐਂਸੀ ਆ ਕਿ ਊਧਮ ਸਿੰਘ ਦੀ ਫੋਟੋ ਸਰਕਾਰੀ ਦਫ਼ਤਰਾਂ ਦੇ ਵਿੱਚ ਕਿਉਂ ਨਹੀਂ ਲਗਾਈ ਗਈ। ਅਸੀਂ ਤਾਂ ਪਹਿਲੇ ਹੀ ਨਿਰਾਸ਼ ਚੱਲ ਰਹੇ ਹਾਂ ਮਾਨ ਸਾਹਿਬ ਤੋਂ। ਸਾਡਾ ਇਹ ਪਹਿਲ ਦੇ ਆਧਾਰ ਤੇ ਮੁੱਦਾ ਹੋਊਗਾ ਕਿ ਊਧਮ ਸਿੰਘ ਦੀ ਫੋਟੋ ਜੋ ਸਰਕਾਰੀ ਦਫ਼ਤਰਾਂ ਦੇ ਵਿੱਚ ਲਗਾਈ ਜਾਵੇ, ਸਹੀ ਸ਼ਕਲ ਦਾ ਬੁੱਤ ਲਗਾਇਆ ਜਾਵੇ ਮਿਊਜ਼ੀਅਮ ਦੇ ਵਿੱਚ, ਤਾਂ ਹੀ ਅਸੀਂ ਸੱਚੀ ਸ਼ਰਧਾਂਜਲੀ ਮੰਨਾਂਗੇ। ਭਾਜੀ ਕੀ ਨਾਮ ਹੈ ਤੁਹਾਡਾ?
ਜੀਤ ਸਿੰਘ ਜੀ ਹੈ ਮੇਰਾ ਅੱਛਾ, ਨਾਮ। ਉਦਮ ਸਿੰਘ ਤੁਹਾਡੇ ਕੀ ਲੱਗਦੇ ਸੀ? ਮੇਰਾ ਨਾਨਾ ਲੱਗਦਾ, ਜੋ ਮੇਰੀ ਨਾਨੀ ਸੀ ਨਾ ਆਸ ਕੌਰ, ਉਹ ਮੇਰੇ ਉਦਮ ਸਿੰਘ ਦੀ ਭੈਣ ਸੀ, ਚਚੇਰੀ ਚਾਚੇ ਦੀ ਕੁੜੀ। ਮਤਲਬ ਉਹ ਉਹਨਾਂ ਦੇ ਮਾਂ-ਬਾਪ, ਮੇਰੀ ਨਾਨੀ ਦਾ ਸੀ 13 ਸਾਲ ਦੀ, ਉਦਮ ਸਿੰਘ ਤਾਂ 9 ਸਾਲ ਦਾ, ਉਹਦਾ ਭਰਾ ਉਸ ਤੋਂ ਛੋਟਾ ਸੀ ਅੱਛਾ, ਮੈਨੂੰ ਇਹ ਦੱਸੋ ਜੀ। ਸ਼ਹੀਦ ਊਧਮ ਸਿੰਘ ਦੇ 3-4 ਬੁੱਤ ਲੱਗੇ ਹੋਏ ਨੇ ਸੁਨਾਮ ਸ਼ਹਿਰ ਦੇ ਵਿੱਚ। ਇੱਕ ਸਰਕਾਰੀ ਮਿਊਜ਼ੀਅਮ ਬਣਿਆ ਹੋਇਆ ਜਿੱਥੇ ਆਪਾਂ ਅੱਜ ਖੜੇ ਆਂਗੇ। ਜੀ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਇਹਦਾ ਉਦਘਾਟਨ ਕੀਤਾ ਸੀ ਜੀ। ਕਿ ਜਿਹੜੀ ਇਹ ਤਸਵੀਰ ਲੱਗੀ ਹੋਈ ਹੈ, ਇਹ ਜਿਹੜਾ ਬੁੱਤ ਬਣਿਆ, ਕੀ ਇਹ ਉਸਦੀ ਤੁਸੀਂ ਓਰੀਜਨਲ ਤਸਵੀਰਾਂ ਦੇਖੀਆਂ ਨੇ? ਇਹ ਲੱਗਦਾ ਕਿ ਤੁਹਾਨੂੰ ਸੱਚੀਓ ਕਿ ਊਧਮ ਸਿੰਘ ਦੇਖੋ, ਅਸੀਂ ਤਾਂ ਸਰਕਾਰਾਂ ਦੀ ਤਾਂ ਸਰਕਾਰ ਕਰਦੀ ਆ ਆਪਣ ਮਾਣਾਈ, ਆਪਣੀ ਮਰਜ਼ੀ ਕਰਦੀ ਆ। ਅਸੀਂ ਤਾਂ ਕਹਿੰਦੇ ਵੀ ਜਿਹੜੀ ਰੀਜਨਲ ਉਹਦੀ ਫੋਟੋ ਆ ਉਹ ਸਾਡੇ ਕੋਲ ਪਈਆਂ ਆਮ, ਤੇ ਬਸ ਉਹ ਉਹਨਾਂ ਨੂੰ ਆਰਡਰ ਦੇ ਦਿੰਦੇ ਆ, ਜਿਸ ਤਰ੍ਹਾਂ ਉਹ ਕਹਿੰਦੇ ਆ ਉਵੇਂ ਬਣਾ ਦਿੰਦੇ ਆ। ਅਸੀਂ ਤਾਂ ਫਿਰ ਉਸੇ ਨੂੰ ਕੀ ਕਰੀਏ। ਪਿਛਲੀ ਵਾਰ ਇਸ ਦੇ ਉੱਪਰ ਓਮ ਲਿਖਿਆ ਹੋਇਆ ਤਾਂ ਉਹ ਅਸੀਂ ਕਟਾਇਆ ਵੀ ਗਲਤ ਆ, ਇਹ ਨਾਲ ਦੀ ਨਾਲ ਅਸੀਂ ਉਜਰ ਕਰਿਆ। ਚਲੋ ਰਾਤੋਂ ਰਾਤ ਬਦਲਤੇ ਇਹਨਾਂ ਨੇ, ਤੇ ਮੈਂ ਉਹਨੂੰ ਕੀ ਕਹੀਏ ਇਹਨਾਂ ਨੂੰ, ਕਿਉਂਕਿ ਸਰਕਾਰਾਂ ਇਹਨਾਂ ਚੀਜ਼ਾਂ ਤੇ ਗੌਰ ਘੱਟ ਕਰਦੀਆਂ, ਅਸਲੀ ਹੈਗੀਆਂ। ਤੁਹਾਨੂੰ ਦੁੱਖ ਲੱਗਦਾ ਕਿ ਓਰੀਜਨਲ ਆਇਡੈਂਟੀ ਸਪਾਈ ਜਾ ਰਹੀ ਹੈ? ਬਹੁਤ ਦੁੱਖ ਲੱਗਦਾ ਸੀ, ਬਹੁਤ ਰੌਲਾ ਪਾ ਰਹੇ। ਕੌਣ ਸੁਣਦਾ ਜੀ ਅੱਜ ਕੱਲ੍ਹ? ਸਰਕਾਰਾਂ ਦਾ ਕੰਮ ਆ, ਲੀਡਰਾਂ ਦਾ ਕੋਈ ਨਹੀਂ ਸੁਣਦਾ ਸਾਡੀ। ਅਸੀਂ ਬੜਾ ਰੌਲਾ ਪਾਣੇ ਆ, ਹਰ ਇੱਕ ਗੱਲ ਤੇ ਉਹ ਕਰ ਰਹੇ ਆ। ਹੁਣ ਵੀ ਅਸੀਂ ਬਹੁਤ ਕੁਝ ਕੈਪਟਨ ਸਾਹਿਬ ਨੂੰ ਵੀ ਕਿਹਾ ਵੀ ਆ, ਜਿਹੜਾ ਨਿਯਮ ਆ ਇਹ ਕਿੰਨਾ ਕੁ ਇਹਦੇ ਵਾਸਤੇ, ਮਤਲਬ ਉਹ ਉਹਨਾਂ ਨੇ ਇਹੀ ਗੱਲ ਕਹੀ ਵੀ ਇਹ ਤਾਂ ਉਹਦੇ ਜਿੰਨੀ ਉਹਦੀ ਸਿੱਖਦੀ ਆ, 21 ਸਾਲ ਉਹਨੇ ਪਿੱਛਾ ਕਰਿਆ ਤੇ ਬਹੁਤ ਥੋੜੀ ਆ। ਅਸੀਂ ਕਿਹਾ ਵੀ ਹੋਰ, ਕਹਿੰਦਾ ਹਾਂ ਇਸ ਤੋਂ ਬਾਅਦ ਅਸੀਂ ਕਹਿੰਦੇ ਵੀ ਹੋਰ ਹੀ ਬਣੂਗਾ। ਤੁਹਾਨੂੰ ਲੱਗਦਾ ਕਿ ਇਹ ਬੁੱਤ ਕਿੰਨਾ ਕੁ ਮਿਲਦੀ ਜੁਲਦੀ ਤਸਵੀਰ ਹੈ ਉਹਦੇ ਨਾਲ? ਦੇਖੋ, ਉਹਦੇ ਨਾਲ ਤਾਂ ਤਸਵੀਰ ਮਿਲਦੀ ਨਹੀਂ, ਪਰ ਹੁਣ ਅਸੀਂ ਕੀ ਕਹੀਏ, ਰੌਲਾ ਬਹੁਤ ਪਾਉਂਦੇ ਸੀ। ਅਸੀਂ ਅਰਜ਼ੀਆਂ ਵੀ ਦਿੰਦੇ ਹਾਂ, ਸਭ ਕੁਝ ਕਰਦੇ ਹਾਂ, ਪਰ ਸਰਕਾਰ ਨਹੀਂ ਗਾਉਂਦੀ। ਕੀ ਕਹੀਏ ਇਹਨੂੰ? ਸਰਕਾਰਾਂ ਦੇ ਹੁਣ ਅਸੀਂ ਨਾ ਤਾਂ ਐਂ ਕਹਿ ਸਕਦੇ ਵੀ ਖਾਨੀਆਂ, ਨਾ ਐਂ ਕਹਿੰਦੇ ਨਹੀਂ, ਪਰ ਕਰੀਏ ਕੀ? ਸਰਕਾਰਾਂ ਨਹੀਂ ਇਸ ਚੀਜ਼ ਨੂੰ ਗੌਰ ਕਰਦੀਆਂ। ਓਏ ਚਾਂਦ ਸਾਹਿਬ, ਓਏ ਚਾਂਦ ਸਾਹਿਬ, ਸ਼ਹੀਦ ਊਧਮ ਸਿੰਘ ਜੀ।
ਮੈਂ ਨਾਲ ਲਵਾਂ ਤੁਸੀਂ ਲੈ ਜਾਓ। ਨਹੀਂ ਲੈਣੇ ਨੇ ਸੌਰ ਤਾਂ ਮਤਲਬ ਕਿ ਥੋੜਾ ਜਿਹਾ ਅੱਗੇ ਨਾ ਜਾਇਆ ਕਰਦੀ ਦੱਸੋ ਤੁਸੀਂ ਕੀ ਕਰਨਾ। ਇਹ ਮੈਂ ਇੱਕ ਸ਼ਹੀਦ ਊਧਮ ਸਿੰਘ ਦਾ ਲੇਖਕ ਹੈ। ਮੈਨੂੰ ਲੰਬੇ ਸਮੇਂ ਤੋਂ ਮੈਂ ਸ਼ਹੀਦ ਤੇ ਖੋਜ ਕਰ ਰਿਹਾ, ਕਰੀਬ 25 ਸਾਲ ਹੋ ਗਏ ਮੈਨੂੰ ਖੋਜ ਕਰਦੇ ਨੂੰ। ਹੁਣ ਤੱਕ ਮੇਰੀਆਂ ਜਿਹੜੀਆਂ 5 ਕਿਤਾਬਾਂ ਇਹਦੇ ਉੱਤੇ ਆਈਆਂ ਨੇ। ਪਹਿਲੀ ਕਿਤਾਬ ਜਿਹੜੀ ਆਈ ਸੀ ਭਾਰਤ ਦੀ ਆਜ਼ਾਦੀ ਦੀ ਸ਼ਮਾ ਦਾ ਪਰਵਾਨਾ, ਮਹਾਨ ਗਦਰੀ ਖਿਲਾਫੀ, ਸ਼ਹੀਦ ਊਧਮ ਸਿੰਘ ਆਈ ਸੀ। ਫਿਰ ਜਿਹੜੀ ਦੂਜੀ ਕਿਤਾਬ ਮੇਰੀ ਆਈ ਸੀ ਬਦਲੇ ਤੋਂ ਪਾਰ, ਸਮਾਜਿਕ ਬਦਲਾਅ ਨੂੰ ਪਰਨਾਇਆ ਸੀ ਕ੍ਰਾਂਤੀਕਾਰੀ ਸ਼ਹੀਦ। ਜਿਸ ਤਰ੍ਹਾਂ ਦੀ ਮਤਲਬ ਖੋਜ ਆਈ ਜਾ ਰਹੀ ਹੈ ਉਸੇ ਤਰ੍ਹਾਂ ਮਤਲਬ ਕਿ ਨਵੀਆਂ ਆਈ ਜਾ ਰਹੀਆਂ। ਇੱਕ ਫਿਰ ਇਹ ਜਿਹੜੀ ਹੈਗੀ ਹੈ ਮੇਰੀ, ਉਸ ਤੋਂ ਬਾਅਦ ਨਾਟਕ ਲਿਖਿਆ ਸੀ ਤਾਂ ਜੋ ਲੋਕਾਂ ਤੱਕ ਜਿਹੜੀ ਉਹਦੀ ਸਹੀ ਵਿਚਾਰਧਾਰਾ ਦੀ ਗੱਲ ਜਾਵੇ। ਫਿਰ 2016 ਦੇ ਵਿੱਚ ਮਤਲਬ ਕਿ ਬ੍ਰਿਟਿਸ਼ ਆਰਕਾਈਵ ਲੰਡਨ ਵਾਲਿਆਂ ਨੇ ਉਹਦੀਆਂ 4 ਫਾਈਲਾਂ ਰਿਲੀਜ਼ ਕੀਤੀਆਂ ਸੀਗੀਆਂ। ਉਹ ਫਾਈਲਾਂ ਤਾਂ ਅਸੀਂ 4 ਫਾਈਲਾਂ ਇੰਗਲੈਂਡ ਤੋਂ ਮੰਗਾਈਆਂ ਸੀ, 800 ਪੇਜ ਆ ਇਹ। ਉਸ ਤੋਂ ਬਾਅਦ ਇਹ ਮੇਰੀ ਕਿਤਾਬ 2019 ਦੇ ਵਿੱਚ ਊਧਮ ਸਿੰਘ ਹੀਰੋ ਇਨ ਦ ਕਾਜ਼ ਆਫ ਇੰਡੀਅਨ ਫਰੀडम, ਇਹ ਉਸ ਤੋਂ ਬਾਅਦ ਕਿਤਾਬ ਆਈ ਹੈ। ਫਿਰ ਜਿਹੜੀ ਹੁਣ ਲੇਟੈਸਟ ਕਿਤਾਬ ਹੈ, ਕਿਉਂਕਿ ਉਹ ਸ਼ਹੀਦ ਊਧਮ ਸਿੰਘ ਦੀਆਂ ਜਦੋਂ ਇਹ ਅਦਾਲਤ ਦੇ ਵਿੱਚ ਗਿਆ ਸੀਗਾ, ਟ੍ਰਾਇਲ ਚੱਲਿਆ ਸੀ, 25 ਮਿੰਟ ਬੋਲਦਾ ਰਿਹਾ ਸੀਗਾ, ਉਦੋਂ ਇਹ ਉਰਦੂ, ਗੁਰਮੁਖੀ ਤੇ ਇੰਗਲਿਸ਼ ਦੇ ਵਿੱਚ ਹਿੰਦੀ ਬਾਰੇ ਵੀ ਬੋਲਿਆ ਸੀ, ਮਜ਼ਦੂਰਾਂ ਕਿਸਾਨਾਂ ਬਾਰੇ ਵੀ ਉਹਨੇ ਗੱਲ ਕੀਤੀ ਸੀ, ਤੇ ਉਹਨੇ ਨਾਲੇ ਅੰਗਰੇਜ਼ਾਂ ਵੱਲੋਂ ਕੀਤੇ ਜਾ ਰਹੇ ਕੋਈ ਗੱਲ ਨਹੀਂ। ਮੈਂ ਇੱਧਰ ਸੁਣਾਉਂ ਕਿ ਮੈਂ ਜੇ ਆ ਗਿਆ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਹੈ ਜਿਨ੍ਹਾਂ ਨੇ ਇਹ ਬਣਾਇਆ ਹੈਗਾ। ਇਹ ਤਾਂ ਉਹਨਾਂ ਦੀ ਰਿਸਪੌਂਸਿਬਿਲਟੀ ਆ, ਉਹਨਾਂ ਨੂੰ ਸਗੋਂ ਅਥੈਂਟਿਸਿਟੀ ਕਰਕੇ ਇਹ ਵਿਭਾਗ ਜ਼ਿੰਮੇਵਾਰ ਹੈ ਅਥੈਂਟਿਸਿਟੀ ਵਾਸਤੇ, ਕਿਹੜੀ ਓਰੀਜਨਲ ਹੈ ਕਿਹੜੀ ਨਹੀਂ ਹੈ। ਇਹ ਡਿਪਾਰਟਮੈਂਟ ਨੂੰ ਚਾਹੀਦਾ, ਜਿਨ੍ਹਾਂ ਨੇ ਮੈਮੋਰੀਅਲ ਬਣਾਇਆ ਇਹਨਾਂ ਨੂੰ ਅਥੈਂਟਿਸਿਟੀ ਕਰਕੇ ਇਹ ਲਗਾਉਣਾ ਚਾਹੀਦਾ। ਤੇ ਇਹ ਕਿਉਂਕਿ ਇਹ ਕੋਈ ਬੰਦਾ ਕਹੇ ਵੀ ਇਹ ਓਰੀਜਨਲ ਹੈ ਨਹੀਂ ਓਰੀਜਨਲ, ਇਹਦਾ ਫੈਸਲਾ ਤਾਂ ਜਿਹੜਾ ਸੈਰ ਸਪਾਟੇ ਤੇ ਜਿਹੜਾ ਆਪਣਾ ਸੱਭਿਆਚਾਰਕ ਮਾਮਲੇ ਵਿਭਾਗ ਹੈ ਇਹਨਾਂ ਨੇ ਕਰਨਾ। ਅਸਲ ਇਹਨਾਂ ਦੀ ਜ਼ਿੰਮੇਵਾਰੀ ਹੈ, ਕਿਉਂਕਿ ਇਹਦੀ ਸ਼ਕਲ ਨਾਲ ਤੁਸੀਂ ਦੇਖੋ, ਓਰੀਜਨਲ ਫੋਟੋ ਦੀ ਸ਼ਕਲ ਨਾਲ ਜਿਹੜਾ ਇਹ ਬੁੱਤ ਹੈਗਾ ਤੁਸੀਂ ਦੇਖ ਲਓ ਮਿਲਦਾ ਕਿ ਨਹੀਂ ਮਿਲਦਾ, ਇਹ ਸਭ ਦੇ ਸਾਹਮਣੇ ਹੈ। ਹਾਂਜੀ, ਕੀ ਨਾਮ ਹੈ ਤੁਹਾਡਾ? ਹਰਦਿਆਲ ਸਿੰਘ ਜੀ। ਹਾਂਜੀ, ਕੀ ਲੱਗਦੇ ਹੋ ਤੁਸੀਂ ਸ਼ਹੀਦ ਊਧਮ ਸਿੰਘ ਦੇ? ਸ਼ਹੀਦ ਊਧਮ ਸਿੰਘ ਦੇ ਮੌਜੂਦਾ ਵਾਰਸਾਂ ਦੇ ਵਿੱਚੋਂ ਅਸੀਂ ਮੌਜੂਦਾ ਵਾਰਸਾਂ, ਜੋ ਕਿ ਸ਼ਹੀਦ ਊਧਮ ਸਿੰਘ ਦੇ ਪੋਤੇ ਪੜੋਤਿਆਂ ਦੇ ਵਿੱਚੋਂ ਆਉਂਦੇ ਹਾਂ। ਭਾਜੀ ਕਿਵੇਂ ਲੱਗਦਾ ਹੈਗਾ, ਪਹਿਲੀਆਂ ਤਾਂ ਜਦੋਂ ਜਿਹੜਾ ਇੱਕ ਮਿਊਜ਼ੀਅਮ ਬਣਾਇਆ ਗਿਆ, ਮੈਮੋਰੀਅਲ ਬਣਾਇਆ ਗਿਆ ਬੜੀ ਜਦੋਜਹਿਦ ਤੋਂ ਬਾਅਦ, ਉਹਦੇ ਵਿੱਚ ਕਾਂਸੀ ਦਾ ਬੁੱਤ ਲਗਾਇਆ ਗਿਆ ਸੀ ਊਧਮ ਸਿੰਘ ਦਾ, ਕੀ ਇਸ ਦੀ ਤਸਵੀਰ ਅਸਲ ਤਸਵੀਰਾਂ ਦੇ ਨਾਲ ਮਿਲਦੀ ਹੈ? ਦੇਖੋ, ਅਸੀਂ ਮਿਊਜ਼ੀਅਮ ਬਣਾਉਣ ਲਈ 20 ਸਾਲ ਸੰਘਰਸ਼ ਕਰਦੇ ਰਹੇ, ਚਾਹੇ ਉਹ ਸ਼ਹਿਰ ਨਿਵਾਸੀ ਸੀ, ਚਾਹੇ ਉਹ ਪਰਿਵਾਰ ਦੇ ਮੈਂਬਰ ਸੀ। ਪਰ ਸਾਨੂੰ ਬੜਾ ਦੁੱਖ ਹੋਇਆ ਜਦੋਂ ਮਿਊਜ਼ੀਅਮ ਬਣਿਆ, ਚਾਹੇ ਉਹ ਬੁੱਤ ਆਇਆ, ਚਾਹੇ ਇਹਦਾ ਨਕਸ਼ਾ ਬਣਿਆ, ਪਰ ਸਾਨੂੰ ਕਿਸੇ ਵੀ ਕਮੇਟੀ ਦੇ ਵਿੱਚ ਪਰਿਵਾਰ ਨੂੰ ਸ਼ਾਮਲ ਨਹੀਂ ਕੀਤਾ ਗਿਆ, ਨਾ ਹੀ ਕੋਈ ਸੁਨਾਮ ਦਾ ਕੋਈ ਮੋਹਤਬਰ ਬੰਦਾ ਸ਼ਾਮਲ ਸੀ। ਜੋ ਕਿ ਅੱਜ ਇਹ ਬੁੱਤ ਲਗਾਇਆ, ਸ਼ਕਲ ਦੇ ਮੁਤਾਬਕ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਸੁਨਾਮ ਦਾ ਬਹੁਤ ਵੱਡਾ ਮਸਲਾ ਇਹ। ਘੱਟੋ ਘੱਟ ਜੇ ਅਸੀਂ ਇੱਕ ਮਿਊਜ਼ੀਅਮ ਲਈ 20 ਸਾਲ ਲੱਗੇ ਤਾਂ ਪ੍ਰੋਪਰ ਸ਼ਕਲ ਦਾ ਬੁੱਤ ਦਾ ਲਗਾਇਆ ਜਾਂਦਾ। ਇਹ ਬਹੁਤ ਨਿਰਾਸ਼ਾ, ਪਰਿਵਾਰ ਵੱਲੋਂ ਵੀ ਨਿਰਾਸ਼ਾ, ਇਲਾਕਾ ਨਿਵਾਸੀ ਵੱਲੋਂ ਵੀ ਨਿਰਾਸ਼ਾ। ਤੁਸੀਂ ਨੈੱਟ ਤੇ ਸਰਚ ਕਰੋਗੇ, ਅੱਜ ਕੱਲ੍ਹ ਦੀ ਪੀੜ੍ਹੀ ਜੋ ਸਰਚ ਕਰਦੀ ਆ, ਉਹ ਫੋਟੋਆਂ ਹੋਰ ਹੋਣਗੀਆਂ, ਤੁਹਾਨੂੰ ਬੁੱਤ ਹੋਰ ਤਰ੍ਹਾਂ ਦੇ ਦੇਖਣਗੇ, ਜਦੋਂ ਕਿ ਊਧਮ ਸਿੰਘ ਦੀਆਂ ਓਰੀਜਨਲ ਫੋਟੋਆਂ ਆ ਚੁੱਕੀਆਂ ਨੇ। ਪਤਾ ਨਹੀਂ ਸਰਕਾਰਾਂ ਕੀ ਮਸਲੇ ਨੇ, ਕਿਉਂ ਸਾਨੂੰ ਸ਼ਾਮਲ ਨਹੀਂ ਕਰਦੀਆਂ, ਕਿਉਂ ਗਲਤ ਕੰਮ ਕੀਤੇ ਜਾਂਦੇ ਨੇ। ਲੱਗਦਾ ਕਿ ਤੁਹਾਨੂੰ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਦਾ ਹਟਾਇਆ ਸੀ ਤਾਂ ਉਸ ਤੋਂ ਬਾਅਦ ਅਗਰ ਗਲਤ ਹੋ ਗਿਆ ਸੀ ਤਾਂ ਇਸਨੂੰ ਚੇਂਜ ਕੀਤਾ ਜਾ ਸਕਦਾ ਸੀ? ਦੇਖੋ, ਅਸੀਂ ਤਾਂ ਰੌਲਾ ਪਾਇਆ, ਪਿਛਲੀ ਵਾਰ ਵੀ ਰੌਲਾ ਪਾਇਆ, ਤੁਹਾਡੀ ਮੀਡੀਆ ਵੀ ਇੱਥੇ ਸੀ, ਪਰ ਇਹ ਗੱਲਾਂ ਮੀਡੀਆ ਤੱਕ ਹੀ ਸੀਮਿਤ ਰਹਿ ਜਾਂਦੇ ਨੇ। ਅਸੀਂ CM ਸਾਹਿਬ ਨੂੰ ਮਿਲਣ ਦਾ ਸਮਾਂ ਮੰਗਦੇ ਹਾਂ, ਉਦੋਂ ਦੇਖਿਆ ਜਾਂਦਾ ਕਿ ਪੂਰਾ ਪ੍ਰਸ਼ਾਸਨ ਸਾਡੇ ਆਲੇ ਦੁਆਲੇ ਹੋ ਜਾਂਦਾ, ਕੋਈ ਪ੍ਰੋਪਰ ਗੱਲ ਹੀ ਨਹੀਂ ਕਰਨ ਦਿੰਦੇ CM ਸਾਹਿਬ ਨਾਲ। ਤੁਸੀਂ ਦੇਖਿਓ, ਹੁਣ ਭਗਵੰਤ ਮਾਨ ਸਾਹਿਬ ਆਣਗੇ, ਪੂਰੇ ਪਰਿਵਾਰ ਤੋਂ ਇੱਕ ਸਿਕਿਉਰਿਟੀ ਦਾ ਘੇਰਾ ਬਣਾ ਦਿੱਤਾ ਜਾਂਦਾ ਹੈ ਤਾਂ ਇਹ ਕੋਈ ਬੁੱਤ ਕੀ ਕੋਈ ਵੀ ਸ਼ਿਕਾਇਤ ਨਾ ਰੱਖ ਸਕਣ ਪਰਿਵਾਰ ਵਾਲੇ। ਅਗਰ ਇੱਦਾਂ ਹੀ ਚੱਲਦਾ ਰਿਹਾ ਤਾਂ ਫਾਇਦਾ ਕੀ ਸ਼ਰਧਾਂਜਲੀ ਦੇਣ ਦਾ? ਇੱਕ ਦਿਨ ਹੁੰਦਾ ਮਸਾਂ ਸ਼ਹੀਦ ਦੇ ਮੁੱਦੇ ਚੁੱਕਣ ਦਾ, ਉਹ ਵੀ ਪ੍ਰਸ਼ਾਸਨ ਵੱਲੋਂ ਸਾਨੂੰ ਦੂਰ ਰੱਖਿਆ ਜਾਂਦਾ। ਕੀ ਤੁਸੀਂ ਹੁਣ ਇਸ ਸਮੇਂ ਮੰਗ ਰੱਖ ਰਹੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਕਿ ਉਹ ਮਿਲਦਾ ਜੁਲਦਾ ਤਸਵੀਰ ਲਾਈ ਜਾਵੇ? ਦੇਖੋ, ਸਾਡੇ ਵੱਲੋਂ ਮੰਗ ਰੱਖੀ ਜਾਊਗੀ ਕਿ ਜੋ ਅਸਲ ਸ਼ਕਲ ਆ ਉਹ ਸ਼ਕਲ ਦਾ ਬੁੱਤ ਲਗਾਇਆ ਜਾਵੇ। ਅਸੀਂ ਤਾਂ ਮਾਨ ਸਾਹਿਬ ਨੂੰ ਪਹਿਲਾਂ ਹੀ ਕੋਸ਼ਿਸ਼ ਕਰ ਰਹੇ ਹਾਂ। ਦੇਖੋ, ਸਰਕਾਰੀ ਦਫ਼ਤਰ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਗਈ। ਅਸੀਂ ਹੈਰਾਨ ਆ ਕਿ CM ਸਾਹਿਬ ਦਾ ਸ਼ਹਿਰ ਆਏ ਕੌਂਸਟੀਚੁਐਂਸੀ ਆ ਕਿ ਊਧਮ ਸਿੰਘ ਦੀ ਫੋਟੋ ਸਰਕਾਰੀ ਦਫ਼ਤਰਾਂ ਦੇ ਵਿੱਚ ਕਿਉਂ ਨਹੀਂ ਲਗਾਈ ਗਈ। ਅਸੀਂ ਤਾਂ ਪਹਿਲੇ ਹੀ ਨਿਰਾਸ਼ ਚੱਲ ਰਹੇ ਹਾਂ ਮਾਨ ਸਾਹਿਬ ਤੋਂ। ਸਾਡਾ ਇਹ ਪਹਿਲ ਦੇ ਆਧਾਰ ਤੇ ਮੁੱਦਾ ਹੋਊਗਾ ਕਿ ਊਧਮ ਸਿੰਘ ਦੀ ਫੋਟੋ ਜੋ ਸਰਕਾਰੀ ਦਫ਼ਤਰਾਂ ਦੇ ਵਿੱਚ ਲਗਾਈ ਜਾਵੇ, ਸਹੀ ਸ਼ਕਲ ਦਾ ਬੁੱਤ ਲਗਾਇਆ ਜਾਵੇ ਮਿਊਜ਼ੀਅਮ ਦੇ ਵਿੱਚ, ਤਾਂ ਹੀ ਅਸੀਂ ਸੱਚੀ ਸ਼ਰਧਾਂਜਲੀ ਮੰਨਾਂਗੇ। ਭਾਜੀ, ਕੀ ਨਾਮ ਹੈ ਤੁਹਾਡਾ?
ਜੀਤ ਸਿੰਘ ਜੀ ਮੇਰਾ ਅੱਛਾ, ਨਾਮ। ਉਦਮ ਸਿੰਘ ਤੁਹਾਡੇ ਕੀ ਲੱਗਦੇ ਸੀ? ਮੇਰਾ ਨਾਨਾ ਲੱਗਦਾ, ਜੋ ਮੇਰੀ ਨਾਨੀ ਸੀ ਨਾ ਆਸ ਕੌਰ, ਉਹ ਮੇਰੇ ਉਦਮ ਸਿੰਘ ਦੀ ਭੈਣ ਸੀ, ਚਚੇਰੀ ਚਾਚੇ ਦੀ ਕੁੜੀ। ਮਤਲਬ ਉਹ ਉਹਨਾਂ ਦੇ ਮਾਂ-ਬਾਪ, ਮੇਰੀ ਨਾਨੀ ਦਾ ਸੀ 13 ਸਾਲ ਦੀ, ਉਦਮ ਸਿੰਘ ਤਾਂ 9 ਸਾਲ ਦਾ, ਉਹਦਾ ਭਰਾ ਉਸ ਤੋਂ ਛੋਟਾ ਸੀ ਅੱਛਾ, ਮੈਨੂੰ ਇਹ ਦੱਸੋ, ਜੀ। ਸ਼ਹੀਦ ਊਧਮ ਸਿੰਘ ਦੇ 3-4 ਬੁੱਤ ਲੱਗੇ ਹੋਏ ਨੇ ਸੁਨਾਮ ਸ਼ਹਿਰ ਦੇ ਵਿੱਚ। ਇੱਕ ਸਰਕਾਰੀ ਮਿਊਜ਼ੀਅਮ ਬਣਿਆ ਹੋਇਆ ਜਿੱਥੇ ਆਪਾਂ ਅੱਜ ਖੜੇ ਆਂਗੇ। ਜੀ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਇਹਦਾ ਉਦਘਾਟਨ ਕੀਤਾ ਸੀ। ਜੀ। ਕਿ ਜਿਹੜੀ ਇਹ ਤਸਵੀਰ ਲੱਗੀ ਹੋਈ ਹੈ, ਇਹ ਜਿਹੜਾ ਬੁੱਤ ਬਣਿਆ, ਕੀ ਇਹ ਉਸਦੀ ਤੁਸੀਂ ਓਰੀਜਨਲ ਤਸਵੀਰਾਂ ਦੇਖੀਆਂ ਨੇ? ਇਹ ਲੱਗਦਾ ਕਿ ਤੁਹਾਨੂੰ ਸੱਚੀਓ ਕਿ ਊਧਮ ਸਿੰਘ ਦੇਖੋ, ਅਸੀਂ ਤਾਂ ਸਰਕਾਰਾਂ ਦੀ ਤਾਂ ਸਰਕਾਰ ਕਰਦੀ ਆ ਆਪਣ ਮਾਣਾਈ, ਆਪਣੀ ਮਰਜ਼ੀ ਕਰਦੀ ਆ। ਅਸੀਂ ਤਾਂ ਕਹਿੰਦੇ ਵੀ ਜਿਹੜੀ ਰੀਜਨਲ ਉਹਦੀ ਫੋਟੋ ਆ ਉਹ ਸਾਡੇ ਕੋਲ ਪਈਆਂ ਆਮ, ਤੇ ਬਸ ਉਹ ਉਹਨਾਂ ਨੂੰ ਆਰਡਰ ਦੇ ਦਿੰਦੇ ਆ, ਜਿਸ ਤਰ੍ਹਾਂ ਉਹ ਕਹਿੰਦੇ ਆ ਉਵੇਂ ਬਣਾ ਦਿੰਦੇ ਆ। ਅਸੀਂ ਤਾਂ ਫਿਰ ਉਸੇ ਨੂੰ ਕੀ ਕਰੀਏ? ਪਿਛਲੀ ਵਾਰ ਇਸ ਦੇ ਉੱਪਰ ਓਮ ਲਿਖਿਆ ਹੋਇਆ ਤਾਂ ਉਹ ਅਸੀਂ ਕਟਾਇਆ ਵੀ ਗਲਤ ਆ, ਇਹ ਨਾਲ ਦੀ ਨਾਲ ਅਸੀਂ ਉਜਰ ਕਰਿਆ। ਚਲੋ ਰਾਤੋਂ ਰਾਤ ਬਦਲਤੇ ਇਹਨਾਂ ਨੇ, ਤੇ ਮੈਂ ਉਹਨੂੰ ਕੀ ਕਹੀਏ ਇਹਨਾਂ ਨੂੰ, ਕਿਉਂਕਿ ਸਰਕਾਰਾਂ ਇਹਨਾਂ ਚੀਜ਼ਾਂ ਤੇ ਗੌਰ ਘੱਟ ਕਰਦੀਆਂ, ਅਸਲੀ ਹੈਗੀਆਂ। ਤੁਹਾਨੂੰ ਦੁੱਖ ਲੱਗਦਾ ਹੈ ਕਿ ਓਰੀਜਨਲ ਆਇਡੈਂਟੀ ਸਪਾਈ ਜਾ ਰਹੀ ਹੈ? ਬਹੁਤ ਦੁੱਖ ਲੱਗਦਾ ਸੀ, ਬਹੁਤ ਰੌਲਾ ਪਾ ਰਿਹਾ। ਕੌਣ ਸੁਣਦਾ ਜੀ ਅੱਜ ਕੱਲ੍ਹ? ਸਰਕਾਰਾਂ ਦਾ ਕੰਮ ਆ, ਲੀਡਰਾਂ ਦਾ ਕੋਈ ਨਹੀਂ ਸੁਣਦਾ ਸਾਡੀ। ਅਸੀਂ ਬੜਾ ਰੌਲਾ ਪਾਣੇ ਆ, ਹਰ ਇੱਕ ਗੱਲ ਤੇ ਉਹ ਕਰ ਰਹੇ ਆ। ਹੁਣ ਵੀ ਅਸੀਂ ਬਹੁਤ ਕੁਝ ਕਰ, ਕੈਪਟਨ ਸਾਹਿਬ ਨੂੰ ਵੀ ਕਿਹਾ ਵੀ ਆ ਜਿਹੜਾ ਨਿਯਮ ਆ ਇਹ ਕਿੰਨਾ ਕੁ ਇਹਦੇ ਵਾਸਤੇ, ਮਤਲਬ ਉਹਨਾਂ ਨੇ ਇਹੀ ਗੱਲ ਕਹੀ ਵੀ ਇਹ ਤਾਂ ਉਹਦੇ ਜਿੰਨੀ ਉਹਦੀ ਸਿੱਖਦੀ ਆ, 21 ਸਾਲ ਉਹਨੇ ਪਿੱਛਾ ਕਰਿਆ ਤੇ ਬਹੁਤ ਥੋੜੀ ਆ। ਅਸੀਂ ਕਿਹਾ ਵੀ ਹੋਰ, ਕਹਿੰਦਾ ਹਾਂ ਇਸ ਤੋਂ ਬਾਅਦ ਅਸੀਂ ਕਹਿੰਦੇ ਵੀ ਹੋਰ ਹੀ ਬਣੂਗਾ। ਤੁਹਾਨੂੰ ਲੱਗਦਾ ਕਿ ਇਹ ਬੁੱਤ ਕਿੰਨਾ ਕੁ ਮਿਲਦੀ ਜੁਲਦੀ ਤਸਵੀਰ ਹੈ ਉਹਦੇ ਨਾਲ? ਦੇਖੋ, ਉਹਦੇ ਨਾਲ ਤਾਂ ਤਸਵੀਰ ਮਿਲਦੀ ਨਹੀਂ, ਪਰ ਹੁਣ ਅਸੀਂ ਕੀ ਕਹੀਏ, ਰੌਲਾ ਬਹੁਤ ਪਾਉਂਦੇ ਸੀ। ਅਸੀਂ ਅਰਜ਼ੀਆਂ ਵੀ ਦਿੰਦੇ ਹਾਂ, ਸਭ ਕੁਝ ਕਰਦੇ ਹਾਂ, ਪਰ ਸਰਕਾਰ ਨਹੀਂ ਗੌਲਦੀ। ਕੀ ਕਹੀਏ ਇਹਨੂੰ? ਸਰਕਾਰਾਂ ਦੇ ਹੁਣ ਅਸੀਂ ਨਾ ਤਾਂ ਐਂ ਕਹਿ ਸਕਦੇ ਵੀ ਖਾਨੀਆਂ, ਨਾ ਐਂ ਕਹਿ ਸਕਦੇ